गुर सत्य गुर का जो सिख आखाए, सो पल के उठे हर नाम ते आवे। गुर सत्य गुर का जो सिख आखाए, सो पल के उठे हर नाम ते आवे। उद्दम करे पल के प्रभाती, स्नान करे अमृत सरे नावे। उपदेश गुरु हरे हरे जप जप सभे केल विख पाप दोख लह जावे। फिर चढ़े दिवस गुरबाणी गावे, बहंदियां उठदियां हरे नाम ते आवे। जो सासे गिरा से ते आए, मेरा हर हर सो गुर सिख गुरु मने पावे। जिसनु दयाल होवे मेरा स्वामी, तिस गुर सिख गुरु उपदेश सुनावे। जन नानक तूरे मंगे, तिस गुर सिख पी जो आपे जपै, आवरै नाम जपावे। जो आपे जपै आवरै नाम जपावे। शब्द महले चौथे दा है और उत्ते ਨਾਂ नहीं लिखिया होएगा शब्द ते गुरुआं दा, ताकि किसी भी सिख दी अभ्यास करन लगे जां सारा गुरु दी देह अल जां गुरु दे नाल ध्यान ना चले जे महल्ले चढ़णगे। ये बहुत ऐसी है भी जिन्हें शब्द सुरत दी खेल और नाम अभ्यास करना है, भगती कर करके रब नूं मिलना है, उन्हें किसी गुरु का ध्यान नहीं रखना, किसी का असी सारी चीज़ इस शब्द दे विच ही असी महल्ले चौथा वेले का शब्द है, उन्होंने ऐसी हालत लिखी है भी जे गुरसिख जिहड़ा है वो उठदे सार ही सवेर वेले जदों भी जाग खुले उस वेले नाम जपना शुरू कर दे, क्योंकि उन्हां दा जिहड़ा गुरु है, गुरु अमरदास साहब ते उन्हां दे गां सिख होए जिहड़े फिर गद्दी लै गए, वो फिर महला चौथा है। तो गुरु अमरदास साहब दा हुक्म है, सौंदे वाहो वाहो उचरे, उठदे भी वाहो करे। तो सौण लगे भी वाहिगुरू वाहिगुरू करदे सौ जाओ, और उठण वेले जिस वेले जाग खुली हो, भावें लम्मे पे हो, किस तरह है जाग खुल गई है, जुबान हिलाउणी शुरू करो और जीभ दे नाल ये वाहिगुरू मंत्र जपना शुरू करो। सौंदे वाहो वाहो उचरे, उठदे भी वाहो करे।
ਇਹ ਬਾਣੀ ਦੇ ਹੁਕਮ ਆ, ਅਸੀਂ ਉੱਦਾਂ ਨਾਮ ਜਪਣਾ ਜਿੱਦਾਂ ਬਾਣੀ ਸਾਨੂੰ ਕਹਿੰਦੀ ਹੈ ਉਹਦੇ ਹਿਸਾਬ ਦੇ ਨਾਲ। ਇਸ ਕਰਕੇ ਅਸੀਂ ਇਹ ਸ਼ਬਦ ਲੈ ਰਹੇ ਹਾਂ ਕਈ ਗੁਰ ਸੱਤੇ ਗੁਰ, ਗੁਰ ਦੇ ਵੀ ਰਾਰੇ ਨੂੰ ਔਂਕੜਾ ਔਰ ਫਿਰ ਸੱਤੇ ਗੁਰ ਲਿਖਿਆ। ਅਸੀਂ ਇਕੱਲੇ ਸਤਿਗੁਰ ਦੇ ਸਿੱਖ ਨਹੀਂ ਹਾਂ, ਅਸੀਂ ਗੁਰ ਸਤੇ ਗੁਰ ਦੇ ਸਿੱਖ ਹਾਂ, ਸਾਰੀ ਜਿੰਨੀ ਸਿੱਖੀ ਹੈ। ਇਸ ਕਰਕੇ ਥੋੜ੍ਹੇ ਜਿਹੇ ਜੋ ਗੁਰੂਆਂ ਨੇ ਇਹ ਚੀਜ਼ ਲਿਖੀ ਹੈ ਉਹ ਇਸੇ ਕਰਕੇ ਲਿਖੀ ਹੈ ਵੀ ਉੱਤੇ ਕਿਤੇ ਨਾਂ ਨਹੀਂ ਦਿੱਤਾ। ਸ਼ਬਦ ਮਹੱਲੇ ਚੱਲਣਗੇ ਭਗਤ ਬਾਣੀ ਦੇ ਉੱਤੇ ਗੁਰੂ ਮਹਾਰਾਜਾਂ ਨੇ ਆਪ ਉੱਤੇ ਉਹਨਾਂ ਦੇ ਨਾਮ ਬੜੇ ਸਤਿਕਾਰ ਨਾਲ ਲਿਖੇ ਆ, ਔਰ ਕਦੀ ਇਕੱਲੇ ਭਗਤ ਦਾ ਨਾਂ ਨਹੀਂ ਲੈਣਾ ਚਾਹੀਦਾ। ਬਾਣੀ ਨਾਮ ਦਿਓ ਜੀ ਕੀ, ਬਾਣੀ ਕਬੀਰ ਜੀਓ ਕੀ। ਇਸ ਕਰਕੇ ਜਿੰਨੇ ਵੀ ਭਗਤਾਂ ਨੂੰ ਜੀਓ ਕਰਕੇ ਬੁਲਾਉਣਾ। ਤੋ ਇਹ ਪਹਿਲੇ ਜਿਹੜੇ ਰੂਲ ਹੈ ਇਹ ਸਾਨੂੰ ਬਾਣੀ 'ਚੋਂ ਮਿਲਦੇ ਆ, ਵੀ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨਾਲ ਸਾਰੇ ਭਗਤਾਂ ਨੂੰ ਮਾਣ ਦੇ ਕੇ ਪੋਥੀ ਦੇ ਵਿੱਚ ਜਿਹਨਾਂ ਦੇ ਸ਼ਬਦ ਆ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੇ ਨਾਂ ਦੇ ਅੱਗੇ ਜੀ ਲਾਇਆ ਹੈ। ਇਸ ਕਰਕੇ ਸਾਰਿਆਂ ਨੂੰ ਜੀ ਕਰਕੇ, ਔਰ ਮਹੱਲਿਆਂ ਦੇ ਉੱਤੇ ਨਾਂ ਕੋਈ ਨਹੀਂ, ਮਹੱਲਿਆਂ ਦੀ ਬਾਣੀ ਉਹਦਾ ਕੋਈ ਅੰਤ ਹੀ ਨਹੀਂ ਹੈ। ਇਸ ਕਰਕੇ ਪਹਿਲਾਂ ਤਾਂ ਇਹ ਵੀ ਮਹੱਲੇ ਚੌਥੇ ਦੀ ਬਾਣੀ ਨਹੀਂ ਹੈ, ਉਹ ਬਾਣੀ ਇਹ ਸਾਰਾ ਸ਼ਬਦ ਉਹਨਾਂ ਨੂੰ ਉੱਤੋਂ ਆਉਂਦੇ ਸੀ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਔਰ ਇਹ ਸਾਰਾ ਗਿਆਨ ਕੀਤਾ ਹੈ। ਉੱਤੋਂ ਸ਼ਬਦ ਆਉਂਦੇ ਸੀ ਔਰ ਉਹਨਾਂ ਦੇ ਬਿਮਾਰਕ ਮੂੰਹ ਥਾਣੀ ਫਿਰ ਗਾਂ ਸਿੱਖ ਬੈਠੇ ਹੁੰਦੇ ਸੀ ਸਾਰੇ। ਜਦੋਂ ਸ਼ਬਦ ਆਉਣਾ ਹੋਏ ਫਿਰ ਸਿੱਖ ਉਹ ਫਿਰ ਨੋਟ ਮਹਾਰਾਜ ਮੁਖਾਰਬਿੰਦ ਤੋਂ ਉਚਾਰਦੇ ਸੀ। ਉਹ ਮੈਸੇਜ ਰੱਬ ਦਾ ਹੈ, ਕਾਲ ਪੁਰਖ ਦਾ, ਉਹਨਾਂ ਦੇ ਮੂੰਹ ਥਾਣੀ, ਉਹਨਾਂ ਦੇ ਥਰੂ ਸਾਨੂੰ ਇਹ ਸਾਰੇ ਸ਼ਬਦ ਆਏ ਹੈ। ਇਸ ਕਰਕੇ ਉੱਤੋਂ ਜਿੱਦਾਂ ਸ਼ਬਦ ਆਇਆ, ਗੁਰੂ ਰਾਮਦਾਸ ਸਾਹਿਬ ਸਿੱਖਾਂ 'ਚ ਬੈਠੇ ਹੈ ਔਰ ਉਹ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਮਹਾਰਾਜ ਦੇ ਉਹ ਕਹਿੰਦੇ ਮੇਰੀ ਬਾਣੀ ਨਹੀਂ ਹੈ, ਸਤਿਗੁਰ ਕੀ ਬਾਣੀ ਹੈ। ਸਤਿਗੁਰ ਜੀ ਦੀ ਦੇਹ ਨਹੀਂ, ਔਰ ਅਸੀਂ ਉਸੇ ਦੇ ਸਿੱਖ ਹੈ। ਗੁਰ ਸਤਿਗੁਰ ਦਾ ਕਾਜੋ ਸਿੱਖ ਖਾਏ। ਤੋ ਇਸ ਕਰਕੇ ਜਿਹੜੇ ਬਾਣੀ ਹੈ ਇਹ ਉੱਤੋਂ ਸ਼ਬਦ ਜਿੰਨੇ ਆਏ ਹੈ ਉੱਤੋਂ ਆਏ ਹੈ ਆਪਣੇ ਗੁਰੂਆਂ ਦੀ, ਔਰ ਉਹਦੇ 'ਚ ਗਰੀਬ ਬਣ ਕੇ ਸ਼ਬਦ ਲਿਖੇ ਹੈ, ਸਿੱਖ ਬਣ ਕੇ, ਲਾਲਾ ਗੋਲਾ ਬਣ ਕੇ, ਦਾਸ ਬਣ ਕੇ, ਨੀਚ ਬਣ ਕੇ, ਸਾਰੇ ਸ਼ਬਦ ਇੰਨੀ ਗਰੀਬੀ 'ਚ ਉੱਤੋਂ ਅਕਾਲ ਪੁਰਖ ਨਾਲ ਸਤਿਗੁਰੂ ਸਾਹਿਬ ਨਾਲ ਫਿਰ ਇਹ ਸ਼ਬਦ ਉਹਨਾਂ ਨੂੰ ਭੇਜੇ ਕਿ ਉਹਨਾਂ ਨੇ ਲਿਖਿਆ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਐਨ ਜਿੱਦਾਂ ਵਿੱਚ ਬੈਠੇ ਆ ਸਿੱਖਾਂ ਦੇ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਉਹ ਸਾਡੇ ਤੱਕ ਇਹ ਮੈਸੇਜ ਪਹੁੰਚਾਉਣ ਆਏ ਸੀ, ਔਰ ਮੈਸੇਜ ਹੈ ਰੱਬ ਦਾ, ਔਰ ਸ਼ਬਦ ਹੈ ਗਿਆਨ ਰੂਪ। ਲੇਕਿਨ ਜਿਹੜਾ ਮੈਸੇਜ ਹੈ ਉਹ ਸਾਰਾ ਸ਼ਬਦਾਂ ਦੇ ਰਾਹੀਂ ਸਾਨੂੰ ਗੁਰੂ ਮਹਾਰਾਜ ਦੇ ਥਾਈਂ ਇਹ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਮਿਲਦਾ ਹੈ। ਇਸ ਕਰਕੇ ਪਹਿਲਾਂ ਤਾਂ ਇਹ ਭੁਲੇਖਾ ਕੱਢਣਾ ਵੀ ਬਾਣੀ ਗੁਰੂਆਂ ਦੀ ਨਹੀਂ ਹੈ, ਇਹ ਉੱਤੋਂ ਆਉਂਦੀ ਸੀ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਤੋ ਇਹ ਜਿਹੜੀ ਸਤਿਗੁਰ ਦੀ ਬਾਣੀ ਹੈ ਸਤ ਸਰੂਪ ਹੈ। ਫਿਰ ਜੋ ਅਸੀਂ ਜਿਹੜਾ ਸ਼ਬਦ ਉੱਤੋਂ ਗਿਆਨ ਆਇਆ ਉਹਦੇ ਮੁਤਾਬਕ ਅਸੀਂ ਆਪਣਾ ਜੀਵਨ ਢਾਲਣਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੂੜੇ ਝੜ ਪੜ ਗਈ। ਇਸ ਕਰਕੇ ਜਿੰਨੇ ਸ਼ਬਦ ਹੈ ਉਹਨਾਂ ਦੇ ਮੁਤਾਬਕ ਅਸੀਂ ਪਹਿਲਾਂ ਸਮਝਾਂਗੇ ਤੇ ਫਿਰ ਅਸੀਂ ਜੀਵਨ ਢਾਲ ਸਕਦੇ ਹਾਂ। ਇਸੇ ਕਰਕੇ ਬਾਬੇ ਨਾਨਕ ਨੇ ਕਿਹਾ ਵੀ ਜਿਹੜੀ ਸਾਰੀ ਬਾਣੀ ਹੈ ਇਹਨੂੰ ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ। ਤੋ ਜੇ ਇਹਨੂੰ ਇਹ ਸਿਰਫ ਬਾਣੀ ਸਾਨੂੰ ਗਿਆਨ ਦੇਗੀ, ਗਿਆਨ ਕਲਾ ਹੈ ਇਹਦੇ 'ਚ, ਐਡੀ ਵੱਡੀ ਗਿਆਨ ਕਲਾ ਹੈ। ਇਸ ਕਰਕੇ ਬਾਣੀ ਤੋਂ ਗਿਆਨ ਦਾ ਕੰਮ ਲੈਣਾ ਔਰ ਉਹਦੇ ਮੁਤਾਬਕ ਫਿਰ ਅਸੀਂ ਆਪਣਾ ਜੀਵਨ ਢਾਲਣਾ ਹੈ। ਔਰ ਅਸੀਂ ਅੱਜ ਸ਼ਬਦ ਸ਼ੁਰੂ ਕੀਤਾ ਹੈ, ਇਹਦਾ ਅਸੀਂ ਗਿਆਨ ਲਾਂਗੇ। ਔਰ ਬਾਣੀ ਆਪਣੀ ਮੱਤ ਪਿੱਛੇ ਰੱਖ ਕੇ ਬਾਣੀ ਨੂੰ ਬਾਣੀ ਨਾਲ ਖੋਲ੍ਹਣਾ ਚਾਹੀਦਾ ਤਾਂ ਕਿ ਕਿਤੇ ਸਾਂਝਾ ਤੰਦ ਮਿਲ ਜਾਏ। ਉਹ ਮੈਨੇ ਠੀਕ ਹੈ ਜਿਹੜੇ ਨਾਮ ਜਪਾ ਦੇਣ। ਬਾਕੀ ਜੇ ਨਾਮ ਨਹੀਂ ਅਸੀਂ ਜਪਦੇ ਜਾਂ ਅਸੀਂ ਇਹ ਨਹੀਂ ਸਮਝਦੇ ਵੀ ਬਾਣੀ ਸਿਰਫ ਨਾਮ ਜਪਾਉਂਦੀ ਹੈ ਔਰ
ਔਗਣ ਛਡਾਉਂਦੀ ਹੈ। ਸਭ ਕੁਝ ਜੋ ਬਾਣੀ 'ਚ ਲਿਖਿਆ ਸੀ ਉਹਦੇ ਮੁਤਾਬਕ, ਬਾਣੀ ਦੇ ਮੁਤਾਬਕ ਅਸੀਂ ਨਾਮ ਜਪਣਾ ਹੈ। ਕਿਸੇ ਨੇ ਕਿਸ ਤਰ੍ਹਾਂ ਨਾਮ ਜਪਿਆ, ਕਿਸੇ ਨੇ ਸਾਹਮਣੇ ਸਾਡੇ ਤੇ ਜਿੰਨੇ ਸ਼ਬਦ ਆ ਉਹਦੇ ਵਿੱਚ ਆਹ ਸ਼ਬਦ ਆ ਰਿਹਾ, ਜਿਹੜਾ ਭੰਡਾਰ ਹੈ ਨਾਮ ਜਪਣ ਦਾ, ਸਾਰੇ ਭੇਦ ਦੇ ਵਿੱਚੋਂ ਨਿਕਲਣਗੇ ਔਰ ਇਹ ਸ਼ਬਦ ਚੱਲਦਾ ਰਹੇਗਾ। ਅਸੀਂ ਇਹਦਾ ਪੂਰਾ ਗਿਆਨ ਪਹਿਲੀ ਤੁਕ ਦਾ ਅਸੀਂ ਫੜਦੇ ਹਾਂ। ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ। ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰ ਨਾਮ ਤੇ ਆਵੈ। ਭਲ ਕੇ ਹੈ ਸਵੇਰ ਵੇਲਾ, ਤੜਕਾ। ਸਵੇਰ ਵੇਲੇ ਉੱਠੇ ਮਤਲਬ ਭਲਕੇ ਨੂੰ ਨੈਕਸਟ ਡੇ ਨਹੀਂ ਸਮਝਣਾ ਵੀ ਕੱਲ੍ਹ ਦਾ ਦਿਨ ਜਾਣਾ। ਭਲਕੇ ਹੈ ਸਵੇਰ ਵੇਲਾ। ਇਹ ਉਸ ਵੇਲੇ ਦੀ ਪੰਜਾਬੀ ਬੋਲੀ ਜਾਂ ਬਾਣੀ ਜਾਂ ਸਾਡੀ ਪੰਜਾਬੀ ਉਸ ਵੇਲੇ ਦੀ ਇਹ ਪੰਜਾਬੀ ਹੈ। ਔਰ ਭਲਕੇ ਦਾ ਕੱਲ੍ਹ ਨਹੀਂ ਸਮਝਣਾ। ਭਲਕੇ ਮੈਨੇ ਸਵੇਰ ਵੇਲਾ, ਕਿਉਂਕਿ ਅਗਲੀ ਤੁਕ 'ਚ ਕਲੀਅਰ ਕੀਤਾ, ਉਦਮ ਕਰੇ ਭਲਕੇ ਪ੍ਰਭਾਤੀ। ਪ੍ਰਭਾਤੀ ਸਵੇਰ ਵੇਲੇ। ਤੋ ਇਹ ਸ਼ਬਦ ਐਸਾ ਹੈ ਜਿਸ 'ਚ ਕਈ ਸਾਨੂੰ ਅਭਿਆਸ ਵੀ ਮਿਲੂ ਔਰ ਇੰਨਾ ਭੰਡਾਰ ਹੈ ਸ਼ਬਦ ਕਲਾ। ਔਰ ਇਹ ਐਸਾ ਸ਼ਬਦ ਹੈ ਜਿਹੜਾ ਗੁਰਸਿੱਖ ਦਾ ਡੇਲੀ ਰੂਟੀਨ ਉਹਦੇ ਮੁਤਾਬਕ ਲਿਖਿਆ ਵੀ ਗੁਰਸਿੱਖ ਨੇ ਕਿੱਦਾਂ ਨਾਮ ਜਪਣਾ, ਕਿੱਦਾਂ ਕਮਾਈ ਕਰਨੀ, ਕਿੱਦਾਂ ਇਹ ਸਾਰੀ ਚੀਜ਼। ਮਤਲਬ ਇਸ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਮਤਲਬ ਇਹ ਸਾਡੇ ਸਿੱਖਾਂ ਲਈ ਕੈਲੰਡਰ ਹੈ। ਇਹ ਸ਼ਬਦ ਐਨ ਸ਼ੁੱਧ ਪੜ੍ਹਨਾ ਚਾਹੀਦਾ ਔਰ ਉੱਥੋਂ ਬਾਅਦ ਇਹ ਸਾਡੀ ਡੇਲੀ ਰੂਟੀਨ ਬਣ ਸਕਦੀ ਹੈ ਵੀ ਸਿੱਖ ਦਾ ਜੀਵਨ ਕੀ ਹੈ। ਸਿੱਖ ਉਹ ਹੈ ਜਿਹੜਾ ਤੜਕੇ ਸਵੇਰ ਵੇਲੇ ਉੱਠੇ, ਗੁਰ ਸਤੇ ਗੁਰ। ਔਰ ਜਿਹੜਾ ਗੁਰ ਸਤੇ ਗੁਰ ਹੈ ਹੀ ਉਹ ਪਾਵਰ, ਉਹ ਹਸਤੀ ਜਿਹੜਾ ਜੋੜਨ ਹਾਰਾ ਲਿੰਕ ਹੈ ਅਭਿਆਸੀ ਔਰ ਰੱਬ ਦੇ ਦਰਮਿਆਨ 'ਚ। ਔਰ ਉਹ ਸੱਤੇ ਹੈ। ਸਤਿਗੁਰ ਵੀ ਲਿਖੇ ਹੈ, ਲੇਕਿਨ ਸਤਿਗੁਰ ਬਹੁਤ ਥਾਂ ਆਇਆ ਹੈ। ਉਹ ਸਤਿਗੁਰ ਹੈ ਜਿਹੜਾ ਕਿ ਗੁਰ ਕਿਹੜਾ ਅਸੀਂ ਕਰਨਾ ਹੈ, ਜਿਹੜਾ ਸੱਤੇ ਹੈ। ਸੱਤੇ ਦਾ ਮੀਨਿੰਗ ਹੈ ਜਿਹਦੀ ਸਦਾ ਹੀ ਹੋਂਦ ਹੈ, ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਸਦਾ ਲਈ ਹੈ। ਇਸ ਕਰਕੇ ਇਹ ਜਿਹੜਾ ਸਤਿਗੁਰ ਹੈ ਇਸੇ ਲਈ ਲਿਖਿਆ, ਸਤਿਗੁਰ ਮੇਰਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ, ਸਭ ਮੇਰੇ ਅਸਮਾਏ। ਅਸੀਂ ਇਹਦੇ ਸਿੱਖ ਹੈ ਜਿਹੜਾ ਕਿ ਜਿਹਦੀ ਦੇਹ ਨਹੀਂ ਹੈ ਔਰ ਇਹਨੇ ਸਾਡੇ ਅੰਦਰ ਆਉਣਾ ਹੈ। ਇਸ ਕਰਕੇ ਔਰ ਇਹ ਸ਼ਬਦ ਰੂਪ ਹੈ ਔਰ ਇਹੋ ਹੀ ਪ੍ਰਭੂ ਨਾਲ ਜੋੜੇਗਾ ਅੰਦਰ ਪਰਮੇਸ਼ਰ ਦੇ ਨਾਲ ਅਭਿਆਸੀ ਨੂੰ। ਇਹ ਵਿੱਚ ਲਿੰਕ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਆਪਣੇ ਨਾਲ ਨਹੀਂ ਉਹ ਮਿਲਦਾ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਦਰਗਾਹ ਤੱਕ ਜਾਂਦਾ, ਉੱਥੇ ਦਾ ਵਕੀਲ ਬਣਦਾ। ਫਿਰ ਨਾਮ ਜਪਣ ਵਾਲਿਆਂ ਨੂੰ ਉੱਥੇ ਦੇਖਦਾ, ਹਾਜ਼ਰੀ ਔਰ ਉਹਨਾਂ ਦੀ ਮਦਦ ਕਰਦਾ ਵੀ ਕੋਈ ਧਰਮਰਾਜ ਉਹਨਾਂ ਨਾਲ ਨਾਮ ਜਪਣ ਵਾਲੇ ਨਾ ਰੋਣ ਮਾਰ ਜਾਏ ਕੋਈ। ਇਸ ਕਰਕੇ ਨਾਮ ਦੀ ਐਡੀ ਵੈਲਿਊ ਹੈ। ਆ ਹੁਣ ਇਹ 'ਚ ਸਾਰਾ ਨਾਮ ਹੀ ਜਪਾਏਗਾ ਇਹ ਸ਼ਬਦ। ਤੋ ਗੁਰ ਸਤਿਗੁਰ ਦੇ ਸਿੱਖਾਂ ਅਸੀਂ। ਕੱਲਾ ਗੁਰ ਹੈ ਹੀ ਉਹ ਜੋ ਜਪਜੀ ਸੁਰਾਪ 'ਚ ਰੋਜ਼ ਪੜ੍ਹਦੇ ਹੋ। ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ। ਤੋ ਗੁਰ ਰਾਰੇ ਨੂੰ ਔਂਕੜਾ ਸਾਰੇ ਥਾਂ ਪਹਿਲੇ ਸਰੂਪ 'ਚ ਆ ਗਿਆ ਹੈ ਗੁਰ। ਤੋ ਗੁਰ ਹੈ ਜਿਹੜਾ ਕਿ ਸਾਡਾ ਈਸ਼ਰਨੀ ਨੂੰ ਅਸੀਂ ਪੂਜਣਾ। ਗੁਰ ਈਸ਼ਰ ਗੋਰਖ ਨੂੰ ਨਹੀਂ ਪੂਜਣਾ, ਯੋਗੀ ਨੂੰ। ਗੁਰ ਈਸ਼ਰ ਗੋਰਖ। ਬਰਮਾ ਐਡਾ ਵੱਡਾ ਦੇਵਤਾ, ਅਸੀਂ ਉਹਦੇ ਉਪਾਸਕ ਨਹੀਂ ਹਾਂ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਹਾਂ। ਗੁਰ ਹੈ ਹੀ ਵਾਹਿਗੁਰੂ ਦਾ ਪਹਿਲਾ ਪੂਰਾ ਸਰੂਪ ਹੈ ਗੁਰਮੰਤਰ ਦਾ। ਔਰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਰੂਪ ਲਿਖੇ ਹੈ। ਵਾਹਿਗੁਰੂ ਹੈ, ਉਹਦੇ ਦੋ ਹਿੱਸੇ ਆ, ਵਾਹੇ ਤੇ ਗੁਰੂ। ਔਰ ਉਹਨੂੰ ਵੀ ਹੋਰ ਛੋਟਾ ਕਰਕੇ ਵਾਹੇ ਵਾਹੋ ਇਹ ਲਿਖਿਆ। ਗੁਰੂ ਨੂੰ ਵੀ ਗੁਰੂ ਜਪੇ ਮੀਤ ਹਮਾਰੇ, ਮੁਖ ਉਜਲ ਹੋਵੇ ਦਰਬਾਰੇ। ਔਰ ਗੁਰੂ ਨੂੰ ਵੀ ਹੋਰ ਛੋਟਾ ਕਰਾ ਤਾਂ ਕਿ ਸਾਰੇ ਗੀਤਾਂ 'ਚ, ਸਾਰੇ ਜਿੰਨੀ ਸਾਡੀ ਬਾਣੀ ਹੈ ਗੀਤਾਂ 'ਚ ਹੈ, ਤੇ ਗੀਤਾਂ ਦੇ ਵਿੱਚ ਫਿੱਟ ਕਰਨ ਲਈ ਇਹ ਛੋਟਾ ਲਫ਼ਜ਼ ਗੁਰ ਲਿਖਿਆ। ਗੁਰ
ਰਾਰੇ ਨੂੰ ਔਂਕੜ ਹੈ, ਇਸ ਕਰਕੇ ਪਹਿਲਾਂ ਹੀ ਜਪ ਤੋਂ ਸਰੂਪ ਆ ਗਿਆ ਵੀ ਅਸੀਂ ਕਿਸੇ ਦੇਵਤੇ ਦਾ ਧਿਆਨ ਨਹੀਂ ਰੱਖਣਾ, ਨਾ ਅਸੀਂ ਉਹਨਾਂ ਨੂੰ ਮੰਨਣ ਨਾਲ। ਸੀ ਇੱਕ ਗੁਰ ਨੂੰ ਜਿਹੜਾ ਕਿ ਉਹ ਸਤਿਗੁਰ ਦਾ ਲਖਾਇਕ ਹੈ, ਅਸੀਂ ਉਸ ਦੇ ਸਿੱਖ ਹੈ। ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰਿ ਨਾਮ ਤੇ ਆਵੈ। ਧਿਆਨ ਦੀ ਅਵਸਥਾ ਲਿਖੀ ਹੈ, ਅਵਸਥਾ ਉੱਠਦੇ ਸਾਰੀ ਧਿਆਨ ਦੀ ਅਵਸਥਾ ਪਹਿਲੀ ਸਭ ਤੋਂ ਜਪਣ ਦੀ ਹੈ। ਨਾਮ ਨੂੰ ਜੀਵ ਨਾਲ ਜਪਣਾ ਪਹਿਲੀ ਅਵਸਥਾ ਹੈ। ਫਿਰ ਜੇ ਮਨ ਚਿੱਤ ਲੱਗ ਜਾਏ ਤੇ ਉਹ ਧਿਆਨ ਹੋ ਜਾਂਦਾ ਹੈ। ਧਿਆਉਣਾ ਜਪਣ ਨਾਲੋਂ ਉੱਚੀ ਸਟੇਜ ਹੈ, ਇਹਦੇ ਵਿੱਚ ਮਨ ਤੇ ਚਿੱਤ ਇੱਕ ਹੋ ਜਾਂਦੇ ਹੈ। ਤੋ ਇਹੋ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਨੂੰ ਸਾਰੇ ਗੁਰੂ ਬਾਬੇ ਨੂੰ ਵਡਿਆਈ ਦੇਣਗੇ। ਹੁਣ ਇਹ ਗੁਰੂ ਰਾਮਦਾਸ ਸਾਹਿਬ ਕਹਿੰਦਾ ਵੀ ਜੇ ਕਿਸੇ ਨੇ ਧਿਆਇਆ ਹੈ ਤੇ ਗੁਰੂ ਰਾਮਦਾਸ ਸਾਹਿਬ ਦਾ ਨਾਂ ਨਹੀਂ ਲਿਖਿਆ ਵੀ ਜੇ ਧਿਆਇਆ ਤੇ ਗੁਰੂ ਨਾਨਕ ਨਾਲ ਹੀ ਠੀਕ ਧਿਆਇਆ ਹੈ। ਠੀਕ ਮਤਲਬ ਪੂਰਾ ਉਹਨੂੰ ਮੋਹਰੇ ਰੱਖ ਕੇ ਜਨ ਨਾਨਕ ਮੈਂ ਨਹੀਂ ਧਿਆਇਆ ਹਲੀ। ਬੜੀ ਗਰੀਬੀ ਹੈ ਸ਼ਬਦਾਂ 'ਚ। ਗੁਰੂ ਰਾਮਦਾਸ ਸਾਹਿਬ ਦੀ ਤੋਕ ਹੈ ਕਾਨੜੇ ਦੀ ਵਾਰ ਦੀ। ਜਨ ਨਾਨਕ ਨਾਮ ਧਿਆਇਆ, ਗੁਰ ਬਚਨੇ ਜਪਿਓ ਮਨੇ ਚੀਤੇ। ਮਨ ਚਿੱਤ ਲਾ ਕੇ ਜਦੋਂ ਨਾਮ ਜਪੀਦਾ ਹੈ ਤੇ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ, ਉਹਨੂੰ ਉੱਥੇ ਧਿਆਉਣਾ ਆਏਗਾ। ਜਪਣ ਦਾ ਆਪਣਾ ਫਾਇਦਾ ਹੈ। ਧਿਆਨ ਜਿਸ ਵੇਲੇ ਮਨ ਚਿੱਤ ਲੱਗ ਜਾਣ ਔਰ ਉਹਨੂੰ ਫਿਰ ਧਿਆਉਣਾ ਹੈ। ਐਸਾ ਇਹ ਅਭਿਆਸ ਦੀ ਚੋਟੀ ਦੀ ਪਹਿਲਾਂ ਤੋਕ ਆਈ ਹੈ, ਗਾਂ ਜਪਣਾ ਵੀ ਆਏਗਾ। ਪਹਿਲਾਂ ਮਹਾਰਾਜ ਕਹਿੰਦਾ ਵੀ ਜਿਹੜੇ ਸਿੱਖ ਹੈ ਉਹ ਇੰਨੀ ਫਿਰ ਕਮਾਈ ਹੋ ਜਾਂਦੀ ਹੈ ਵੀ ਸੁੱਤੇ ਉੱਠਦੇ ਸਾਰ ਜਾਗ ਖੁੱਲ੍ਹ ਜਾਂਦੀ ਹੈ, ਉਹ ਧਿਆਨ 'ਚ ਚਲੇ ਜਾਂਦੇ ਹੈ। ਲੇਕਿਨ ਉਹ ਬਹੁਤ ਉੱਚੀ ਚੀਜ਼ ਹੈ। ਉਹਦੇ ਲਈ ਲਿਖਿਆ ਵੀ ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰਿ ਨਾਮ ਤੇ ਆਵੈ। ਅਗਲੀ ਇਹ ਧਿਆਨ ਦੀ ਅਵਸਥਾ ਅੱਗੇ ਜਪਣ ਦੀ ਵੀ ਆਏਗੀ। ਉਦਮ ਕਰੇ ਭਲ ਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਵੈ। ਦਾ ਗੁਰੂ ਅਮਰਦਾਸ ਸਾਹਿਬ ਸੀ, ਉਹ ਪਹਿਲਾਂ ਹੀ ਲਿਖਦੇ ਆ। ਜਿਹੜੀ ਕਿ ਗੁਰੂ ਰਾਮਦਾਸ ਸਾਹਿਬ ਕੋਲ ਪੋਥੀ ਆ ਚੁੱਕੀ ਸੀ ਔਰ ਉਹਦਾ ਹੀ ਉਹ ਸਿੱਖ ਸੀ। ਅੰਮ੍ਰਿਤਸਰ ਕਿਹੜਾ ਹੈ? ਤਾਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਅੰਮ੍ਰਿਤਸਰ ਹੈ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀਆ, ਅੰਮ੍ਰਿਤਸਰ ਨਾਤਾ ਹਰ, ਅੰਮ੍ਰਿਤਸਰ ਨਾਤਾ। ਅੰਦਰੋਂ ਤ੍ਰਿਸ਼ਨਾ ਦੀ ਜਦੋਂ ਅੱਗ ਬੁਝ ਜਾਂਦੀ ਹੈ ਉਦੋਂ ਉਹ ਅੰਦਰ ਤਲਾ ਖੁੱਲ੍ਹ ਜਾਂਦਾ ਹੈ ਅੰਦਰਲਾ। ਉਹਦੇ ਨਾਲ ਫਿਰ ਜਿਹੜੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਔਰ ਮੈਂ ਉਹਦੇ 'ਚ ਨਹਾਉਣਾ ਹੈ। ਅਸੀਂ ਦਾਸ ਸਰੋਵਰੇ ਨਹਾਤੇ ਸਭ ਉਤਰੇ ਪਾਪ ਕਮਾਤੇ। ਅਸੀਂ ਇਸੇ ਸ਼ਬਦ 'ਚ ਗਾਂ ਲਾਈਨ ਸਾਫ਼ ਕਰੂਗੀ, ਨਾਮ ਜਪਣ ਨਾਲ ਪਾਪ ਉਤਰਨੇ ਹੈ। ਅੱਗੇ ਲਿਖੇ ਹੈ ਇਸ ਸ਼ਬਦ 'ਚ। ਤੋ ਇਸ ਕਰਕੇ ਅੰਮ੍ਰਿਤਸਰ ਸਾਡੇ ਅੰਦਰ ਹੈ, ਭੁਲੇਖਾ ਨਹੀਂ ਖਾਣਾ। ਅਸੀਂ ਉਹਦੇ ਵਿੱਚ ਧਿਆਨ ਦੀ ਅਵਸਥਾ ਦੇ ਵਿੱਚ ਅੰਦਰ ਫਿਰ ਉਹਦੀ 'ਚ ਇਸ਼ਨਾਨ ਕਰਦਾ ਹੈ। ਆਓ ਸ਼ੁਰੂ ਤੋਂ ਸ਼ਬਦ ਲਈਏ ਅਸੀਂ। ਗੁਰ ਸਤੇ ਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠੇ ਹਰਿ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਵੈ। ਅੱਗੇ ਪਾਪ ਉਤਰਨ ਦਾ ਦੱਸਿਆ ਔਰ ਉਹਦੇ 'ਚ ਜਪਣਾ ਸੀ। ਉਪਦੇਸੇ ਗੁਰੂ
ਹਰ ਹਰ ਜਪ ਜਾਪੈ ਸਭੇ ਕਿਲ ਵਿਖ ਪਾਪ ਦੋਖ ਲੈ ਜਾਵੈ। ਆਵੇ ਜਪਣ ਦਾ ਫਾਇਦਾ। ਇੱਥੇ ਆਣ ਕੇ ਪਹਿਲਾਂ ਪਾਪ ਉਤਰਨਗੇ ਔਰ ਅਸੀਂ ਅੰਦਰਲੇ ਸਰੋਵਰ 'ਚ ਤਾਂ ਨਹਾਵਾਂਗੇ। ਪਹਿਲਾਂ ਕੱਪੜਾ ਸਾਫ ਸਾਡਾ ਰਹਿਣ, ਪਿਛਲੇ ਸਾਰੇ ਪਾਪ ਪੂਪ ਕਰਮਾਂ ਦਾ ਫਲ ਜੋ ਸਾਡਾ ਹੈ ਅਸੀਂ ਨਾਮ ਜਪ ਜਪ ਕੇ ਉਹ ਪਾਪ ਕੱਟਣੇ ਆ। ਇੱਥੇ ਜਪਣ ਦਾ ਹੁਕਮ ਹੈ। ਔਰ ਉਪਦੇਸੇ ਗੁਰੂ, ਗੁਰੂ ਵਾਲਾ ਬਣ ਕੇ, ਨਗੋਰਾ ਨਹੀਂ ਭਗਤੀ ਪ੍ਰਵਾਨ। ਇਸ ਕਰਕੇ ਗੁਰੂ ਵਾਲਾ ਬਣ ਕੇ ਔਰ ਫਿਰ ਉਹਦੇ ਉਪਦੇਸ਼ ਗੁਰੂ ਮੰਤਰ ਦੀਖਿਆ ਬਚਨ ਕਈ ਮਹੀਨਿਆਂ ਨੇ ਲਿਖਿਆ, ਪਰ ਕੱਲਾ ਜਿੱਥੇ ਸ਼ਬਦ ਹੋਵੇ, ਕੱਲਾ ਗੁਰੂ ਮੰਤਰ ਕੱਲਾ ਸੁਣਾ, ਇਹ ਉਪਦੇਸ਼ ਗੁਰੂ ਜਿਹੜਾ ਮੰਤਰ ਜਪੋਗੇ ਉਹੀ ਗੁਰੂ ਤੁਹਾਡੇ ਪਿੱਛੇ ਹੋਏਗਾ। ਇਸ ਕਰਕੇ ਉਪਦੇਸੇ ਗੁਰੂ ਹਰ ਹਰ ਵੀ ਲਿਖ ਗਏ। ਸਾਰੇ ਮੰਤਰ ਸਾਡੀ ਬਾਣੀ 'ਚ ਆਏ ਹੈ, ਲੇਕਿਨ ਉਹ ਪਰਮੇਸ਼ਰ ਦੇ ਨਾਮ ਵਾਲਾ ਹੈ। ਕਿਸੇ ਦੇਵਤੇ ਦਾ ਨਾਂ ਨਹੀਂ, ਕਿਸੇ ਗੁਰੂ ਦਾ ਨਾਂ ਨਹੀਂ, ਕਿਸੇ ਨੂੰ ਅਸੀਂ ਇਨਸਾਨ ਨੂੰ ਨਹੀਂ ਧਿਆਨ 'ਚ ਲਿਆਉਣਾ। ਪਰਮੇਸ਼ਰ ਦਾ ਨਾਮ, ਕਈ ਨਾਮ ਸਾਡੇ ਪਰਮੇਸ਼ਰ 'ਚ ਹੈ। ਔਰ ਸਾਰੇ ਨਾਮਾਂ ਨੂੰ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੱਫੀ ਪਾਈ ਹੈ। ਇੱਕੋ ਜਿਹੀ ਤਾਕਤ ਆ ਸਾਰਿਆਂ 'ਚ, ਪਰ ਆਪਣੇ ਆਪਣੇ ਗੁਰੂ ਜਿਹੜਾ ਧਾਰਿਆ ਤੁਸੀਂ ਉਹਦਾ ਮੰਤਰ ਜਪਣਾ ਚਾਹੀਦਾ, ਕਿਉਂਕਿ ਉਹ ਤੁਹਾਨੂੰ ਗਿਆਨ ਭੇਜੇਗਾ ਔਰ ਉਹ ਤੁਹਾਡੇ ਪਿੱਛੇ ਹੋਏਗਾ। ਇਸ ਕਰਕੇ ਉਪਦੇਸੇ ਗੁਰੂ, ਸਾਡਾ ਉਪਦੇਸ਼ ਵੀ ਗੁਰੂ ਹੀ ਹੈ। ਸ਼ਬਦ ਗੁਰੂ ਸੁਰਤੇ ਤੁਨੇ ਚੇਲਾ, ਗੁਰੂ ਗੁਰੂ ਜਪੇ ਮੀਤ ਹਮਾਰੇ, ਗੁਰੂ ਅਰਜਨ ਦੇਵ ਜੀ ਮਹਾਰਾਜ। ਤੋ ਇਸ ਕਰਕੇ ਜਿਹੜਾ ਗੁਰੂ ਗੁਰੂ ਜਪਣਾ ਹੈ ਉਹ ਵਾਹਿਗੁਰੂ ਵਾਹਿਗੁਰੂ ਤੋਂ ਉਪਦੇਸੇ ਗੁਰੂ, ਇਹਦੇ ਨਾਲ ਪਾਪ ਲੱਥਣੇ ਆ, ਇਹਦੇ ਪਾਪ ਉਤਰਨੇ ਆ। ਆਓ ਸ਼ਬਦ ਸ਼ੁਰੂ ਤੋਂ ਫੇਰ ਲਈਏ ਔਰ ਦੇਖੋ ਜਪਣਾ ਅੱਗੇ ਆਏਗਾ। ਆ ਜਿਹੜਾ ਖੋਲ ਲਿਆ ਇੱਕ ਤੇ ਸਾਰੇ ਲਫ਼ਜ਼ ਵਿੱਚ ਹੀ ਸਾਰੇ ਮਹਾਰਾਜ ਨਾਲ ਹੁਣ ਉਪਦੇਸੇ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵੇਖ ਕਹਿੰਦੇ ਆ ਬੱਜਰ ਪਾਪਾਂ ਨੂੰ, ਜਨਮਾਂ ਜਨਮਾਂ ਦਿਆਂ ਨੂੰ ਸਭ ਕਿਲ ਵੇਖ ਪਾਪ ਫਿਰ ਦੇ ਜ਼ਿੰਦਗੀ ਦੇ ਦੁੱਖ ਲੈ ਜਾਂਦੇ ਹੈ। ਸ਼ਬਦ ਦਾ ਠੇਕਾ ਹੈ। ਬਾਣੀ ਐਸੀ ਹੈ, ਸਾਡੀ ਕਮਾਈ ਹਲੀ ਘੱਟ ਹੈ, ਸੇਵਾ ਥੋੜੀ ਮੰਗਣ ਬਹੁਤਾ, ਸਾਡੀ ਨਾਮ ਦੀ ਕਮਾਈ ਹੈ ਨਹੀਂ। ਇਸ ਕਰਕੇ ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ, ਸੋ ਪਲ ਕੇ ਉਠੇ ਹਰ ਨਾਮ ਤੇ ਆਵੈ, ਉਦਮ ਕਰੇ ਪਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਵੈ, ਉਪਦੇਸੇ ਗੁਰੂ ਹਰ ਹਰ ਜਪ ਜਾਪੈ ਸਭੇ ਕਿਲ ਵਿਖ ਪਾਪ ਦੋਖ ਲੈ ਜਾਵੈ। ਮਹਾਰਾਜ ਦੀ ਬਾਣੀ 'ਚ ਇਸ ਸ਼ਬਦ ਦੇ ਵਿੱਚ ਕਿੰਨੇ ਪਿਆਰ ਦੇ ਨਾਲ ਦੂਸਰਾ ਨਾਮ ਵੀ ਨਾਲ ਗੁਰਮੰਤਰ ਲਾਤਾ, ਹਰ ਹਰ। ਔਰ ਜੈ ਸਾਰੇ ਸਾਡੇ ਗਿਆਨ 'ਚ ਸ਼ਬਦਾਂ 'ਚ ਜਿੱਥੇ ਕਿਤੇ ਪਰਮੇਸ਼ਰ ਦਾ ਨਾਮ ਇੱਕ ਤੋਂ ਵੱਧ ਵਾਰੀ ਲਿਖਿਆ ਹੋਵੇ ਜਾਂ ਇੱਥੋਂ ਜ਼ਿਆਦਾ, ਔਰ ਉਹ ਫਿਰ ਰਿਪੀਟ ਕਰ ਕਰਕੇ ਨਾਮ ਜਪਣ ਦਾ ਹੁਕਮ ਹੈ। ਜਿਹਨੂੰ ਰੈਪੀਟੇਸ਼ਨ ਆਫ ਮਤਲਬ ਨਾਮ ਦੀ ਵੀ ਇੱਕ ਅੱਖਰ ਦੇ ਉੱਤੇ ਭਗਤੀ ਕਰਨੀ, ਜਿਹਨੂੰ ਅੱਜ ਕੱਲ੍ਹ ਮਖੌਲ ਹੋ ਰਹੇ ਹੈ, ਲੇਕਿਨ ਪਤਾ ਨਹੀਂ ਹੈ ਵੀ ਸਾਡਾ ਬਾਣੀ ਐਸੀ ਹੈ ਭਈ ਨਾਮ ਜਪਣ ਨੂੰ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਇਸ ਰਾਸਤੇ ਦਾ ਹੱਲੀ। ਅਤੇ ਜਿਹੜਾ ਹਰ ਹਰ 2 ਵਾਰੀ ਆ ਗਿਆ, ਕਈ ਵਾਰੀ 4-4 ਵਾਰੀ ਇਕੱਠੇ ਐਸੇ ਸ਼ਬਦ ਹੈ। ਇਸ ਕਰਕੇ ਸਾਰੇ ਮੰਤਰ ਜਿੱਥੇ ਕੋਈ ਇੱਕ ਵੀ ਪਰਮੇਸ਼ਰ ਦਾ ਨਾਮ ਰਿਪੀਟ ਹੋ ਜੇ, ਸਾਰੇ ਸ਼ਬਦਾਂ 'ਚ ਇਹ ਥੰਮ ਰੂਲ ਹੈ ਵੀ ਉਹ ਪਰਮੇਸ਼ਰ ਦਾ ਨਾਮ ਜਪਣਾ ਹੈ ਅਸੀਂ। ਇਸ ਕਰਕੇ ਜਪ ਜਪ ਕੇ ਸਭ ਕੁਝ ਪਾਪ ਲੱਥਣੇ ਹੈ, ਉਹੀ ਸਾਡਾ ਨਹਾਉਣਾ ਹੈ, ਉਹੀ ਸਭ ਕੁਝ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਫਿਰ ਚੜ੍ਹੈ ਦੇ
ਸਾਥੀ। ਸ਼ਬਦ ਗੁਰੂ ਰਾਮਦਾਸ ਸਾਹਿਬ ਜੀ ਦਾ ਮਹੱਲਾ ਚੌਥਾ, ਪੰਨਾ ਹੈ 305, 306, ਪੇਜ 305, 306। ਮਹੱਲੇ ਚੌਥੇ ਦੇ ਸ਼ਬਦ ਦਾ ਅਸੀਂ ਗਿਆਨ ਪਿੱਛੇ ਇੱਥੇ ਤੱਕ ਲੈ ਚੁੱਕੇ ਹਾਂ। ਔਰ ਆਹ ਲਾਈਨ ਜਿਹੜੀ ਹੋਣਾ ਜੀ ਅਸੀਂ ਇੱਥੋਂ ਸ਼ੁਰੂ ਕਰਾਂਗੇ। ਇੱਥੋਂ ਪਹਿਲੀ ਲਾਈਨ ਇਹ ਹੈ, ਉਪਦੇਸੇ ਗੁਰੂ ਹਰ ਹਰ ਜਪ ਜਾਪੈ ਸਭੇ ਕਿਲ ਲਿਖ ਪਾਪ ਦੋਖ ਲਹਿ ਜਾਵੈ। ਉਪਦੇਸੇ ਗੁਰੂ ਹਰ ਹਰ ਜਪ ਜਾਪੈ ਸਭੇ ਕਿਲ ਲਿਖ ਪਾਪ ਦੋਖ ਲਹਿ ਜਾਵੈ। ਸ਼ਬਦ ਐਸਾ ਕੈਲੰਡਰ ਬਣਾਤਾ ਗੁਰਸਿੱਖਾਂ ਲਈ ਗੁਰੂ ਰਾਮਦਾਸ ਸਾਹਿਬ ਨੇ ਵੀ ਸਾਰਾ ਦਿਨ 'ਚ ਤੁਸੀਂ ਕੀ ਕਰਨਾ ਹੈ। ਨਾਮ ਜਪਣਾ ਹੈ। ਸਵੇਰੇ ਉੱਠ ਕੇ ਗੁਰ ਸਤਿਗੁਰ ਕਾ ਜੋ ਸਿੱਖ ਆਹਾਏ ਸੋ ਭਲਕੇ ਉਠੇ ਹਰ ਨਾਮ ਧਿਆਵੈ। ਉੱਠਦਾ ਸਾਰੀ ਨੀਂਦ ਖੁੱਲ੍ਹ ਜਾਏ, ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੇ ਰਸਨਾ ਦੇ ਨਾਲ, ਭਾਵੇਂ ਲੰਮਾ ਪਿਆ। ਲੇਕਿਨ ਹੁਕਮ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ, ਇਹਨਾਂ ਦੇ ਗੁਰੂ ਦਾ ਹੁਕਮ ਹੈ, ਸੌਂਦੇ ਵਾਹੋ ਵਾਹ ਉਚਰੇ ਉੱਠਦੇ ਵੀ ਵਾਹੋ ਕਰਿਆਣ। ਗੁਰਸਿੱਖ ਦੀ ਜਦੋਂ ਜਾਗ ਖੁੱਲ੍ਹ ਜਾਏ ਉਦੋਂ ਰਸਨਾ ਨਾਲ ਨਾਮ ਜਪਣਾ ਸ਼ੁਰੂ ਕਰਦਾ ਹੈ। ਇਹ ਅਸੀਂ ਸਾਰੀ ਲੜੀ ਪਿਛਲੇ ਤੋਰੀ ਹੈ ਔਰ ਇੱਥੇ ਤੱਕ ਗਿਆਨ ਲੈ ਚੁੱਕੇ ਹਾਂ ਅਸੀਂ। ਅੱਜ ਅਸੀਂ ਇੱਥੋਂ ਗਾਂਹ ਤੇ ਗਿਆਨ ਸ਼ੁਰੂ ਕਰਾਂਗਾ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰਿ ਨਾਮ ਧਿਆਵੈ। ਇਸ ਲਾਈਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਵੀ ਸਾਰਾ ਸਿੱਖੀ ਮਾਰਗ ਕੀਰਤੀਆਂ ਦਾ ਮਾਰਗ ਹੈ। ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਗੁਰੂ ਬਾਬੇ ਨਾਨਕ ਦਾ ਜੋ ਹੁਕਮ ਹੈ ਬਾਣੀ 'ਚ, ਅਸੀਂ ਨੌਕਰੀਆਂ ਕਰਦੇ, ਬੱਚੇ ਪਾਲਦੇ, ਘਰ ਸਾਰਾ ਜਿੰਨਾ ਕੋਈ ਕਿਰਤ ਕਰਦਾ, ਹਲ ਵਾਹੁੰਦੇ, ਸਾਰੇ ਜੋ ਅਸੀਂ ਕਿਰਤ ਕਰਨੀ ਹੈ ਉਹਦੇ ਲਈ ਇਹ ਵੀ ਅਸੀਂ ਵਿਹਲੇ ਬੈਠ ਕੇ ਚੌਂਕੜੀਆਂ ਮਾਰ ਕੇ ਨਾਮ ਜਪਣਾ ਜਾਂ ਸਾਡਾ ਇਹ ਰਾਸਤਾ ਨਹੀਂ ਹੈ। ਗੁਰਸਿੱਖੀ ਮਾਰਗ ਬਹੁਤ ਬਰੀਕ ਔਰ ਸਾਰੀ ਸਿੱਖੀ 'ਚ ਚੀਜ਼ ਔਰ ਸਾਰੀਆਂ ਸਮਾਧੀਆਂ ਲਾਉਣੀਆਂ, ਬਹਿ ਜਾਣੇ, ਪਿੰਡੋਂ ਬਾਹਰ ਡੇਰੇ ਬਣਾ ਲੈਣੇ ਜਾਂ ਸਾਰਾ ਲਾਏ, ਸਾਡਾ ਮਾਰਗ ਨਹੀਂ ਹੈ। ਅਸੀਂ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲੱਤਰ ਵਿੱਚੇ ਗਤ ਪਾਈ। ਅਸੀਂ ਆਪਣੇ ਬੱਚਿਆਂ ਦੇ ਵਿੱਚ, ਘਰ ਵਾਲੀ ਦੇ ਨਾਲ ਸਾਰੇ ਵਿੱਚੇ ਰਹਿ ਕੇ ਕੋਈ ਚੀਜ਼ ਛੱਡਣੀ ਨਹੀਂ ਹੈ। ਸਾਨੂੰ ਹੁਕਮ ਹੈ, ਗੁਰੂ ਬਾਬੇ ਨਾਨਕ ਨੇ ਹੀ ਇਸ ਤਰ੍ਹਾਂ ਕਰਕੇ ਦੱਸ ਦਿੱਤਾ। ਉਹਨਾਂ ਦੀ ਬਾਣੀ ਹੈ। ਸਤਿਗੁਰ ਉਹਨਾਂ ਦੇ ਅੰਦਰ ਆਇਆ ਸੀ, ਕਹਿੰਦੇ ਮੇਰੇ ਜਿਹੜਾ ਸਤਿਗੁਰ ਅੰਦਰ ਆ ਗਿਆ ਹੈ ਇਹਦੀ ਇਹ ਵਡਿਆਈ ਹੈ ਵੀ ਪੁੱਤ ਕਲੱਤਰ ਵਿੱਚੇ ਹੀ, ਜੰਗਲਾਂ 'ਚ ਨਹੀਂ ਭੱਜਣਾ, ਡੇਰੇ ਨਹੀਂ ਬਾਹਰ ਬਣਾਉਣੇ ਔਰ ਵਿਆਹ ਕਰਾਉਣਾ, ਬੱਚੇ ਪੈਦਾ ਕਰਨੇ, ਸਭ ਕੁਛ ਅਸੀਂ ਗ੍ਰਸਤ ਕਰਨਾ ਹੈ। ਥਾਂ ਥਾਂ ਟੋਹਾਂ ਮਿਲਦੀਆਂ ਔਰ ਗੁਰੂਆਂ ਨੇ ਕਰਕੇ ਦੱਸਿਆ ਸਾਰਿਆਂ ਨਾਲ। ਇਸ ਕਰਕੇ ਆਹ ਜਿਹੜੀ ਲਾਈਨ ਅੱਗੇ ਆ ਰਹੀ ਹੈ ਵੀ ਸਵੇਰ ਦਾ ਝੁੱਟ ਜ਼ਰੂਰ ਤੜਕੇ ਦਾ ਲਾਉਣਾ ਹੈ, ਲੇਕਿਨ ਇੱਥੋਂ ਬਾਅਦ ਜਦੋਂ ਦਿਨ ਚੜ੍ਹ ਜਾਵੇ ਔਰ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਨਾਮ ਤੇ ਆਵੈ, ਕੰਮ ਕਾਜ ਕੀਤੇ। ਔਰ ਜਿੰਨਾ ਇੱਥੇ ਅਸਲ ਮਤਲਬ ਗੁਰਬਾਣੀ ਦਾ, ਗੁਰਬਾਣੀ ਨਹੀਂ ਹੈ। ਗੁਰਬਾਣੀ ਦਾ ਮਤਲਬ ਵੀ ਨਾਮ ਜਪਣਾ ਹੀ ਹੈ। ਨਾਮ ਜਪੀ ਜਾਣਾ ਅਸੀਂ ਬਹਿੰਦਿਆਂ ਉੱਠਦਿਆਂ। ਔਰ ਗਾਵੇ ਦਾ ਮਤਲਬ ਇਹ ਆ ਉਸ ਵੇਲੇ ਜਿਹੜਾ ਵੀ ਅਸੀਂ ਕੋਈ ਥੋੜ੍ਹਾ ਬਹੁਤਾ
ਇਸ ਤਰ੍ਹਾਂ ਤੁਕ ਆਉਂਦੀ ਹੈ, ਊਠਤ ਬੈਠਤ ਸੋਵਤ ਧਿਆਈਐ, ਮਾਰਗੇ ਚਲਤ ਹਰੇ ਹਰ ਗਾਈਐ। ਕਿਉਂਕਿ ਦੁਨੀਆ ਉੱਠ ਪੈਂਦੀ ਹੈ, ਬਾਹਰ ਸ਼ੋਰ ਹੁੰਦਾ, ਉਹ ਜਿਹੜੀ ਜਪਣ ਦੀ ਅਵਸਥਾ ਹੈ, ਧਿਆਉਣ ਦੀ ਅਵਸਥਾ ਨਾਲੋਂ ਜਿਹੜੀ ਜਪਣ ਦੀ ਅਵਸਥਾ ਉਹਨੂੰ ਫਿਰ ਥੋੜ੍ਹਾ ਜਿਹਾ ਉੱਚੀ ਜਪਣਾ ਪੈਂਦਾ, ਗਾ ਕੇ ਮਤਲਬ ਉੱਚੀ ਧੁਨ ਦੇ ਕੇ ਥੋੜ੍ਹਾ ਜਿਹਾ ਨਾਮ ਜਪਣਾ ਪੈਂਦਾ, ਤਾਂ ਕਿ ਕੰਨ ਸੁਣ ਸਕਣ ਆਪਣੇ। ਬਾਹਰਲਾ ਸ਼ੋਰ ਦੁਨੀਆ ਦਾ ਸ਼ੁਰੂ ਹੋ ਜਾਂਦਾ। ਗੁਰਬਾਣੀ ਅਸਲ 'ਚ ਉਸ ਵੇਲੇ ਗੁਰਬਾਣੀ ਨਹੀਂ ਸੀ ਇੰਨੀ, ਨਾ ਕੋਈ ਗਾਉਂਦਾ ਸੀ। ਗੁਰੂ ਰਾਮਦਾਸ ਸਾਹਿਬ ਵੇਲੇ ਉੱਥੇ ਸੀ ਸਿੱਖ ਸਭਾ ਦੀਖੇ, ਜੋ ਬਾਬੇ ਨਾਨਕ ਵੇਲੇ ਉਹਨਾਂ ਦੀ ਆਪਣਾ ਸ਼ਬਦ ਦੇ ਰਹੇ ਨੇ, ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖੀ ਸੁਣਨਾ ਸਾਚਾ ਨਾਮ। ਇਸ ਕਰਕੇ ਜਿਹੜਾ ਸਿੱਖ ਸਭਾ ਦੇ ਵਿੱਚ ਨਾਮ ਜਪਿਆ ਜਾਂਦਾ ਸੀ, ਉਹ ਸਵੇਰ ਦਾ ਜਿਹੜਾ ਝੋਟਾ ਉਹ ਲਾ ਕੇ ਉੱਥੋਂ ਬਾਅਦ ਜਦੋਂ ਕੀਰਤੀਆਂ ਕੰਮਾਂ 'ਤੇ ਜਾਂਦੇ ਸੀ, ਫਿਰ ਮਾਰਗੇ ਚਲਤ ਹਰੇ ਹਰ ਗਾਈਏ, ਰਾਸਤੇ ਚੱਲਦੇ ਕੰਮ ਕਾਰ ਕਰਦੇ। ਬਾਣੀ ਦੀਆਂ ਤੁਕਾਂ ਆਉਂਦੀਆਂ, ਕਾਮ ਕਾਜ ਘਾਟ ਜਪੀਜੈ। ਹਰ ਵੇਲੇ ਅਸੀਂ ਨਾਮ ਜਪਣਾ ਕੰਮ ਕਰਦਿਆਂ ਹੋਇਆਂ। ਇਸ ਕਰਕੇ ਇਹ ਗੁਰਬਾਣੀ ਹੁਣ ਉਸ ਵੇਲੇ ਮਹਾਰਾਜ ਦੀ ਬਾਣੀ ਕਾਫੀ ਆ ਚੁੱਕੀ ਸੀ, ਲੇਕਿਨ ਜਿਹੜਾ ਧਰਮਸਾਲ ਹੁੰਦੀ ਸੀ, ਗੁਰਦੁਆਰੇ ਸਾਰੇ ਉੱਥੇ ਗੁਰਬਾਣੀ ਗਾ ਰਹੇ ਹੁੰਦੇ ਸੀ ਸਾਰਾ, ਕਿਉਂਕਿ ਹਰ ਵੇਲੇ ਨਾਮ ਨਹੀਂ ਪਹਿਲੀ ਸਟੇਜ 'ਤੇ ਜਪ ਸਕਦਾ ਬੰਦਾ। ਉਹਦੇ ਲਈ ਇੰਨੀ ਗੁਰਬਾਣੀ ਬਣੀ ਆ। ਔਰ ਗੁਰਬਾਣੀ ਗਾਉਣ ਦਾ ਵੀ ਹੁਕਮ ਹੈ। ਸਾਰੀਆਂ ਬਾਣੀ ਇਕੱਠੇ ਹੋ ਕੇ ਸਿੱਖ ਗੁਰਬਾਣੀ ਗਾ ਲੈਂਦੇ ਸੀ। ਧਰਮਸਾਲ ਗੁਰਦੁਆਰਾ ਜਿਹਨੂੰ ਹੁਣ ਗੁਰਦੁਆਰਾ ਕਹਿੰਦੇ ਆ, ਤੋ ਸਾਰੇ ਇਹ ਚੀਜ਼ਾਂ ਕਰ, ਲੇਕਿਨ ਜਿਹੜਾ ਉਤਲੀਆਂ ਅਸੀਂ ਪਿੱਛੇ ਦੱਸ ਚੁੱਕੇ ਹਾਂ, ਉਹ ਜਪ ਬਿਲਕੁਲ ਐਸਾ ਹੈ ਜਿਹੜਾ ਕਿ ਪਿਛਲੀਆਂ ਅਸੀਂ ਖੋਜ ਚੁੱਕੇ ਹਾਂ ਸ਼ਬਦ ਵਿਚਾਰ 'ਚ। ਅਤੇ ਲੇਕਿਨ ਹੁਣ ਅਗਲੀ ਆ ਤੁਕ ਆ ਗਈ, ਔਰ ਉਸ ਤੋਂ ਬਾਅਦ ਬੜੀਆਂ ਜ਼ਰੂਰੀ ਚੀਜ਼ਾਂ ਆ ਰਹੀਆਂ ਹੈ। ਚੜ੍ਹੇ ਦਿਵਸ ਗੁਰਬਾਣੀ ਗਾਵੈ, ਗੁਰਬਾਣੀ ਦਾ ਮਤਲਬ ਹੈ ਕੀਰਤਨ ਸੁਣੇ ਜਾਂ ਗੁਰਦੁਆਰਾ ਸਾਹਿਬ ਜਾਵੇ, ਸਾਰੇ ਧਰਮਸਾਲ ਚਾਲੇ ਦੁਆਲੇ ਸਭ ਸੁਣੇ, ਲੇਕਿਨ ਇਹ ਹੈ ਵੀ ਜਿਹੜੀ ਥਾਂ ਚੀਜ਼ ਪੈਣੀ ਆ ਉਹ ਨਾਮ ਜਪਣਾ ਪੈਣਾ ਹੈ। ਜਿੰਨੀ ਵੀ ਬਾਣੀ ਸੁਣੋ ਉਹਦੇ ਨਾਲ ਸਾਨੂੰ ਗਾਵੋ, ਉਹਦੇ ਨਾਲ ਸਾਨੂੰ ਨਾਮ ਜਪਣ ਲਈ ਮੋਮੈਂਟਮ ਉਤਸ਼ਾਹ ਮਿਲਦਾ ਹੈ ਵੀ ਬਾਣੀ ਇਹ ਕਹਿੰਦੀ ਹੈ। ਲੇਕਿਨ ਅਗਲੀ ਜਿਹੜੀ ਤੁਕ ਆ ਰਹੀ ਹੈ ਉਹ ਫਿਰ ਉਸੇ ਚੀਜ਼ ਦੀ ਆ ਰਹੀ ਹੈ, ਨਾਮ ਜਪਣ ਦੀ। ਜੋ ਸਾਸੇ ਗੇਰਾ ਸੇ ਤੇ ਆਏ ਮੇਰਾ, ਹਰੇ ਹਰੇ ਸੋ ਗੁਰ ਸਿੱਖ, ਗੁਰੂ ਮਨੇ ਭਾਵੈ। ਜੋ ਸਾਸੇ ਗਿਰਾਸੇ ਤੇ ਆਏ ਮੇਰਾ, ਹਰੇ ਹਰੇ ਸੋ ਗੁਰ ਸਿੱਖ, ਗੁਰੂ ਮਨੇ ਭਾਵੈ। ਸਪਸ਼ਟ ਹੋ ਗਿਆ ਵੀ ਅਸੀਂ ਸਾਸ ਗਿਰਾਸ ਦੇ ਨਾਲ ਜਪਣਾ ਹੈ। ਸਾਸ ਦਾ ਮਤਲਬ ਹੈ ਸਾਹ ਦੇ ਨਾਲ ਅੰਦਰ ਨੂੰ ਜਾਵੇ, ਸਾਹ ਬਾਹਰ ਨੂੰ ਨਿਕਲੇ, ਉਹਦੇ ਨਾਲ ਆਪਣੇ ਗੁਰਮੰਤਰ ਦੀ ਤਾਲ ਜੋੜ ਲੈਣੀ ਹੈ ਔਰ ਜਪੇ ਜਾਣਾ ਹੈ। ਔਰ ਸਾਸ ਗਿਰਾਸੇ ਗੁਰਸਿੱਖੀ ਉਹ ਹੈ ਜਿਹੜਾ ਕਿ ਬਾਣੀ ਦੇ ਮੁਤਾਬਕ ਨਾਮ ਜਪਦਾ ਹੈ। ਕਿਸੇ ਨੇ ਕਿੱਦਾਂ ਜਪਿਆ, ਕਿੱਦਾਂ ਦੀ ਕਿਸੇ ਦੀ ਕਿਤਾਬ ਕਹਿੰਦੀ, ਅਸੀਂ ਸਾਡੇ ਲਈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਹੈ ਜਿਹੜਾ ਸ਼ਬਦ ਹੈ, ਇਹ ਸਾਡੇ ਲਈ ਉਹ ਤਰੀਕਾ ਅਸੀਂ ਕਰਨਾ ਜੋ ਸਾਸੇ ਗਿਰਾਸੇ। ਸਾਸ ਗਿਰਾਸੇ ਦਾ ਮਤਲਬ ਹੈ ਇਨਹੇਲ ਤੇ ਐਕਸਹੇਲ, ਅੰਦਰ ਨੂੰ ਸਾਹ ਜਾਵੇ ਬਾਹਰ ਨੂੰ ਜਾਵੇ, ਉਹਦੇ ਨਾਲ ਵਾਹਿਗੁਰੂ ਮੰਤਰ ਦੀ ਤਾਰ ਜੋੜ ਲੈਣੀ, ਅੱਧਾ ਅੰਦਰ ਸੁੱਟਣਾ ਅੱਧਾ ਬਾਹਰ ਸੁੱਟਣਾ, ਤੋ ਵਾਹੇ ਇਹਦੇ ਨਾਲ ਤਾਲ ਜੋੜ ਲੈਣੀ ਔਰ ਧਿਆਨ ਦੀ ਅਵਸਥਾ ਤੱਕ ਜਾਣਾ ਹੈ। ਪਹਿਲਾਂ ਜਪਣ ਦੀ ਹੈ, ਫਿਰ ਮਨ ਚਿੱਤ ਲੱਗ ਜਾਏ ਤੇ ਧਿਆਉਣਾ ਹੋ ਜਾਂਦਾ। ਇੱਥੇ ਧਿਆਉਣ ਦੀ ਸਿੱਖ ਹੀ ਉਹ ਹੈ, ਸਿੱਖ ਦੇ ਖੱਖੇ ਨੂੰ ਔਂਕੜ ਦੇ ਦਿੱਤਾ ਹਾਈਲਾਈਟ ਕਰਕੇ ਵੀ ਜਿਹੜਾ ਸਿੱਖ ਹੈ ਉਹ ਨਾਮ ਧਿਆਵੇ, ਜਿਹੜਾ ਹੈ ਜੋ ਸਾਸੇ ਗਰਾਸੇ ਧਿਆਏ ਮੇਰਾ ਹਰਾ, ਉਹੀ ਗੁਰਸਿੱਖ ਹੈ। ਹੋਰ ਕਿਸੇ ਤਰੀਕੇ ਨਾਲ ਵਿਧੀ ਕਿਸੇ ਦੀ ਫੜ ਕੇ ਜਾਂ ਨਾਮ ਜਪਣਾ ਸਾਡੀ ਉਹ ਨਹੀਂ ਹੈ। ਜੋ ਸਾਸੇ ਗਰਾਸੇ ਸਾਹ ਦੇ ਨਾਲ, ਕਿਉਂਕਿ ਸਾਹ ਤੇ ਆਉਣੇ ਹੀ ਆ, ਔਰ ਸਾਰਾ ਦਿਨ ਐਸੀ ਤਾਲ ਰੱਖੇ ਤੇ ਇਹਦੇ ਨਾਲ ਜਪੇ, ਕਿਉਂਕਿ ਸਾਰਾ ਦਿਨ ਜਪਣਾ, ਸਾਹ ਆਉਣੇ ਆ ਜਾਣੇ ਆ,
ਜਿੰਨੀ ਕਮਾਈ ਹੋ ਜਾਏ ਨਾਮ ਦੀ, ਸੋ ਸਾਸੇ ਗਰਾਸੇ ਧਿਆਏ ਮੇਰਾ ਹਰ ਹਰ, ਹਰ ਹਰ ਰਿਪੀਟ ਕਰ ਕਰਕੇ ਜਪਣਾ ਹੈ। ਸੋ ਗੁਰਸਿੱਖ ਉਹ ਗੁਰੂ ਦੇ ਮਨ ਨੂੰ ਭਾਉਂਦਾ ਹੈ, ਗੁਰੂ ਮਨੇ ਭਾਵੈ। ਔਰ ਫਿਰ ਜਿਹੜਾ ਇਹੋ ਜਿਹਾ ਸਿੱਖ ਕਮਾਈ ਕਰਦਾ ਹੈ ਨਾਮ ਦੀ, ਉੱਠਦਿਆਂ ਬੈਠਦਿਆਂ ਔਰ ਆਪਣੇ ਕੰਮ ਕਾਜ ਘਾੜ 'ਤੇ ਤੜਕੇ ਉੱਠ ਕੇ ਵੀ ਝੁੱਟ ਲਾਉਂਦਾ ਔਰ ਗ੍ਰਸਤ ਪਾਲਦਾ ਹੈ ਆਪਣਾ ਪੂਰੀ ਇਮਾਨਦਾਰੀ ਨਾਲ, ਉਹਦੇ ਅੱਗੇ ਫਿਰ ਉਹਨੂੰ ਦੇਖੋ ਉਹਦੇ 'ਤੇ ਦਿਆਲ ਹੋਏਗਾ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਆਗਾਂ ਤੂੰ ਗਾਂ ਹੁਣ ਚੜ੍ਹਾਈ ਹੋਣ ਲੱਗੀ ਹੈ, ਬੜੀ ਜ਼ਰੂਰੀ ਤੁਕ ਹੈ, ਜਿਹਦੇ 'ਤੇ ਫਿਰ ਮਿਹਰ ਹੋ ਜਾਏ। ਮੇਰਾ ਸੁਆਮੀ ਅਕਾਲ ਪੁਰਖ ਸਤਿਗੁਰੂ ਆਪ ਉੱਤੇ ਜੇ ਮਿਹਰ ਹੋ ਜਾਏ, ਉਸ ਸਿੱਖ ਨੂੰ ਫਿਰ ਇਹ ਜਿਹੜਾ ਨਾਮ ਜਪਦਾ ਉਹਨੂੰ ਕੰਨਾਂ 'ਚ ਸੁਣਨਾ ਸ਼ੁਰੂ ਹੋ ਜਾਂਦਾ ਹੈ। ਆਹ ਸੁਣਨ ਦੀ ਅਵਸਥਾ ਹੈ, ਇਹ ਐਡੀ ਜ਼ਰੂਰੀ ਚੀਜ਼ ਹੈ ਵੀ ਜਿੰਨ ਚਿਰ ਨਾਮ ਸੁਣਦਾ ਨਹੀਂ ਤੇਰਾ ਚਿੱਤ ਬਾਹਰ ਗਿਆ। ਜਪਣ ਵੇਲੇ ਧਿਆਨ ਕਿੱਥੇ ਰੱਖਣਾ, ਜੋ ਜਪਦੇ ਹਾਂ ਅਸੀਂ ਉਹਨੂੰ ਕੋਸ਼ਿਸ਼ ਕਰਨਾ ਜਿੰਨਾ ਸੁਣ ਸਕੇ, ਲੇਕਿਨ ਸੁਣਨਾ ਪਹਿਲਾ 1 2 3 4 ਸੈਕਿੰਡ ਐਨ ਸੁਣਾਂਗੇ, ਉੱਥੋਂ ਬਾਅਦ ਫਿਰ ਮਨ ਦੌੜਨਾ ਸ਼ੁਰੂ ਕਰ ਦਊ। ਫਿਰ ਹੌਲੀ ਹੌਲੀ ਮੂੰਹ ਨਾਲ ਅਸੀਂ ਜਪ ਰਹੇ ਹਾਂ, ਲੇਕਿਨ ਉਹ ਮਨ ਸਾਡਾ ਕਿਤੇ ਗਿਆ ਹੁੰਦਾ। ਇਸ ਕਰਕੇ ਉਹਨੂੰ, ਲੇਕਿਨ ਜਿਸ ਨੂੰ ਦਿਆਲ ਹੋ ਜਾਏ ਉਹਨੂੰ ਫਿਰ ਆਪਣੇ ਆਪ ਸੁਣਨਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਸੁਣਨਾ ਹੈ ਇਹ ਅਸੀਂ ਅੱਜ ਡਿਸਕਸ ਕਰਨਾ ਹੈ ਵੀ ਸੁਣਨਾ ਨਾਮ ਦਾ ਸੁਣਨਾ, ਬਾਣੀ ਦਾ ਸੁਣਨਾ ਨਹੀਂ ਹੈ। ਇਸ ਕਰਕੇ ਜਿਹੜੀਆਂ ਪਹਿਲਾ ਅੰਕ ਜਪਜੀ ਚ ਆਉਂਦਾ, ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਪੋਹ ਨ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ। ਆਏ ਬੜੀਆਂ ਬੜੀਆਂ ਕਲਾਂਗਾਂ ਵਰਦੀਆਂ, ਲੇਕਿਨ ਉਹ ਸੁਣਿਆ ਦੀ ਪੌੜੀ ਹੈ, ਉਹ ਸੁਣ ਲੱਗ ਪੈਂਦੀ ਹੈ। ਬਾਣੀ ਨਹੀਂ ਹੈ ਸੁਣਨਾ, ਉਹਦੇ ਨਾਲ ਕਲਾ ਨਹੀਂ ਵਰਤਣੀ। ਅਸੀਂ ਇੱਕੋ ਚੀਜ਼ ਦਿੰਦੇ ਹਾਂ ਵੀ ਜਿਹੜੀ ਸਾਰੰਗ ਦੀ ਵਾਰ ਹੈ ਉਹਦੇ 'ਚ ਗੁਰੂ ਅਮਰਦਾਸ ਸਾਹਿਬ ਨਾਲ ਇਹਦਾ ਟੀਕਾ ਕੀਤਾ ਹੈ। ਜਪ ਬਾਣੀ ਅਕਾਲ ਬਾਣੀ ਹੈ, ਗੁਰੂ ਨਾਨਕ ਜੋਤ ਨੂੰ ਆਈ ਹੈ। ਉਹ ਅਕਾਲ ਬਾਣੀ ਦੀ ਜਿਹੜੀ ਅੰਕ ਹੈ, ਪੌੜੀਆਂ ਨਹੀਂ ਕਹਿਣੀਆਂ ਚਾਹੀਦੀਆਂ, ਉਹ ਅੰਕ ਨੇ ਸਾਰੇ। ਪੌੜੀਆਂ ਢਾਡੀ ਦੀਆਂ ਵਾਰਾਂ ਦੀਆਂ ਹੁੰਦੀਆਂ, ਉਹ ਅੰਕ ਐਸਾ ਹੈ। ਸੁਣਿਆ ਉਹ ਨਾਮ ਸੁਣਨ ਦੇ ਨਾਲ, ਕਿਉਂਕਿ ਅੱਜ ਕੱਲ੍ਹ ਆਮ ਇਹ ਕਮਾਈ ਸ਼ਬਦ ਦੀ ਘੱਟ ਹੈ, ਕਿਸੇ ਨੂੰ ਪਤਾ ਨਹੀਂ ਹੈ ਵੀ ਇਹ ਜਿਹੜੀਆਂ ਬਾਣੀ ਸੁਣਨਾ ਨਹੀਂ ਹੈ, ਕਿਉਂਕਿ ਸਾਰਿਆਂ ਨੂੰ ਇਸੇ ਬਣੇ ਲਾ ਲੈਣਾ। ਤੇ ਦੇਖੋ ਜੀ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣ ਐ ਤੇ ਉਹ ਕਹਿੰਦੇ ਨੇ, ਉਹ ਸੁਣੀਏ ਕਹਿੰਦੇ ਆ ਵੀ ਬਾਣੀ ਸੁਣਨ ਨਾਲ ਤੇਰੇ ਪਾਪ ਨੱਠ ਜਾਣਗੇ। ਗਲਤ ਗੱਲ ਹੈ, ਉਹ ਸਾਰਾ ਨਾਮ ਦਾ ਸੁਣਨਾ। ਜਦੋਂ ਤੂੰ ਜੇ ਤੈਨੂੰ ਨਾਮ ਸੁਣਨਾ ਕੀ ਇਹ ਆ ਵੀ ਤੇਰੀ ਕਮਾਈ ਹੋ ਜਾਣੀ, ਕਿਸੇ ਵੇਲੇ ਤੂੰ ਅਟਾਂਕ ਅੰਦਰ ਤੇਰੇ ਕੰਨਾਂ ਦੇ ਵਿੱਚ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ। ਸੁਣਨਾ ਐਸਾ ਹੈ ਵੀ ਵਾਹਿਗੁਰੂ ਵਾਹਿਗੁਰੂ ਹਰ ਆਵਾਜ਼ 'ਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ। ਇੰਨੀ ਵੱਧ ਜਾਂਦੀ ਹੈ ਵੀ ਜੋ ਆਵਾਜ਼ ਬਾਹਰਲੀ ਭਾਵੇਂ ਕੋਸ਼ ਹੋਵੇ, ਕਿ ਜੇ ਤੁਸੀਂ ਇਕਾਂਤ 'ਚ ਬੈਠੇ ਹੋ ਅਤੇ ਪੱਖਾ ਚੱਲ ਰਿਹਾ ਜਾਂ ਸਾਰਾ, ਉਹ ਕਹੋਗੇ ਤੇ ਇਹ ਵੀ ਵਾਹਿਗੁਰੂ ਵਾਹਿਗੁਰੂ ਜਪਦਾ। ਇਸ ਕਰਕੇ ਉਹ ਜਿਹੜਾ ਸੁਣਨਾ ਨਾਮ ਦਾ ਇਹ ਕਲਾ ਇੱਥੇ ਆਈ ਹੈ। ਔਰ ਉਹ ਜਿਸ ਨੂੰ ਦਿਆਲ ਹੋਵੇ ਫਿਰ ਅਗਲੀ ਸਪਿਰਚੁਅਲ ਸਟੇਜ 'ਤੇ ਚੜ੍ਹਦਾ ਅਕਾਲ ਪੁਰਖ ਉਹਨੂੰ, ਔਰ ਉਹਨੂੰ ਨਾਮ ਸੁਣਨਾ ਸ਼ੁਰੂ ਹੋ ਜਾਂਦਾ। ਫਿਰ ਜਿਉਂ ਹਰ ਆਵਾਜ਼ ਅਭਿਆਸ ਦੀ ਕੋਈ ਖੜਾ। ਜੋ ਦੇਖੋ ਬਾਣੀ ਕੈਸੀ ਹੈ, ਕਹਿੰਦੀ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਬਿਨ ਹਰ ਜਾਪਤ ਹੈ ਨਹੀਂ ਹੋਰ। ਮਿਰਗ ਧਰਤੀ ਦਾ ਜਾਨਵਰ ਔਰ ਮੀਨ ਪਾਣੀ ਦਾ ਜਾਨਵਰ ਲੈ ਲਿਆ, ਇੱਕ ਹਵਾ ਦਾ ਜਾਨਵਰ ਪਰਿੰਦਾ। ਮਿਰਗ ਮੀਨ ਪੰਖੇਰੂ ਲੈ ਲਿਆ, ਮਤਲਬ ਸਾਰਾ ਧਰਤ ਪਤਾਲ ਆਕਾਸ਼ ਲੈ ਲਿਆ। ਪੀਰ 'ਚ ਜੋ ਆਵਾਜ਼ ਵੀ ਆਉਂਦੀ ਹੈ ਅਭਿਆਸੀ ਨੂੰ ਉਹ ਸ਼ਬਦ ਹੀ ਸੁਣਦਾ ਹੈ ਵੀ ਸਭ ਨਾਮ ਜਪ ਰਹੇ ਨੇ। ਇਹ ਐਸੀ ਕਲਾ ਹੈ। ਇਸ ਕਰਕੇ ਇਹਦੇ ਉੱਤੇ ਅਸੀਂ ਥੋੜ੍ਹਾ ਜਿਹਾ ਹੋਰ ਦੇਣਾ ਵੀ ਜਿਹੜਾ ਸੁਣਨਾ ਹੈ ਇਹ ਸਾਡਾ ਇਹੋ ਹੀ ਸਾਡੀ ਪ੍ਰਾਪਤੀ ਹੈ ਅੰਦਰਲੀ। ਜਿੰਨ ਚੱਕਰ ਇਹ ਪ੍ਰਾਪਤੀ ਨਹੀਂ ਹੁੰਦੀ
ਉਨ ਚੱਕਰ ਹਲੀ ਅਭਿਆਸ ਸਾਨੂੰ ਹੋਰ ਮਿਹਨਤ ਦੀ ਲੋੜ ਹੈ। ਤੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਉਸ ਗੁਰਸਿੱਖ ਨੂੰ ਜਿਹੜੇ ਤੇ ਉੱਤੇ ਦਿਆਲ ਤੇ ਉਹਨੂੰ ਫਿਰ ਗੁਰੂ 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 ਵਾਹਿਗੁਰੂ ਵਾਹਿਗੁਰੂ ਹਰ ਥਾਂ ਸੁਣਨਾ ਸ਼ੁਰੂ ਹੋ ਜਾਂਦਾ ਜਦੋਂ ਉਹ ਅਭਿਆਸ 'ਤੇ ਬੈਠਦਾ ਹੈ। ਅਤੇ ਇਸ ਕਰਕੇ ਜਿਹੜੀ ਜੋ ਵੀ ਆਵਾਜ਼ ਹੈ ਉਹ ਸ਼ਬਦ 'ਚ ਬਦਲ ਜਾਂਦੀ ਹੈ। ਇਸ ਕਰਕੇ ਉਹ ਜਿਹੜਾ ਨਾਮ ਦਾ ਸੁਣਨਾ ਹੈ, ਇਹਦੇ ਨਾਲ ਪਹਿਲਾਂ ਉਹਦੀ ਸਿੱਧੀਆਂ ਆਉਣੀ ਸ਼ੁਰੂ ਹੋ ਜਾਂਦੀਆਂ, ਤਾਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਸੇ ਕਰਕੇ ਇਹਦਾ ਉਲੱਥਾ ਕੀਤਾ ਹੈ ਗੁਰੂ ਅਮਰਦਾਸ ਸਾਹਿਬ ਨਾਲ ਜਪ ਸਾਹਿਬ ਦੀ ਇਸ ਜਪ ਦਾ ਅੰਕ ਦਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਉਧਰ ਗੁਰੂ ਅਮਰਦਾਸ ਸਾਹਿਬ ਦਾ ਟੀਕਾ ਕਰਦੇ ਨੇ, ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੇ। ਨਾਏ ਸੁਣਿਆ, ਜਾ ਕੇ ਦੇਖੋ ਸਾਰੰਗ ਦੀ ਵਾਰ 'ਚ ਮਹੱਲੇ ਤੀਜੇ ਦੀ, ਨਾਏ ਸੁਣਿਆ। ਬਾਣੀ ਦਾ ਸੁਣਨਾ ਨਹੀਂ ਹੈ। ਜਦੋਂ ਬਾਣੀ ਨਹੀਂ ਸੀ ਬਣੀ ਉਦੋਂ ਕੀ ਸੁਣਦੇ ਸੀ ਭਗਤ। ਇਸ ਕਰਕੇ ਸਾਰਾ ਇਹ ਨਾਮ ਦਾ ਸੁਣਨਾ ਹੈ। ਨਾਮ ਦਾ ਐਸੀ ਕਲਾ 'ਚ ਹੋ ਜਾਂਦੀ, ਨਾਮ ਵੱਜਣ ਲੱਗ ਪੈਂਦਾ ਔਰ ਖੀਵਾ ਹੁੰਦਾ ਮੈਂ ਤੇ ਘੱਟ ਜਪਦਾ ਹਾਂ, ਮੇਰੇ ਅੰਦਰ ਬਾਹਰ ਸਭ ਸ਼ਬਦ ਹੀ ਸ਼ਬਦ ਹੋ ਗਿਆ ਔਰ ਫਿਰ ਇਹ ਆਨਹਾ ਦੀ ਸ਼ਬਦ 'ਚ ਬਦਲ ਜਾਂਦਾ ਹੈ। ਇਸ ਕਰਕੇ ਐਸੀ ਕਲਾ ਹੈ ਜਿਹੜੀ ਕਿ ਇਹ ਚੀਜ਼ ਦੱਸੀ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਉਪਦੇਸ਼ ਦੇ ਸੱਸੇ ਨੂੰ ਔਂਕੜ ਔਰ ਗੁਰੂ 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 ਉਹਨੂੰ ਵਾਹਿਗੁਰੂ ਵਾਹਿਗੁਰੂ ਸੁਣਨਾ ਸ਼ੁਰੂ ਹੋ ਜਾਏਗਾ ਔਰ ਉਹਦਾ ਮਨ ਲੱਗਣਾ ਸ਼ੁਰੂ ਹੋ ਜਾਏਗਾ। ਉਹਨੂੰ ਸਵਾਦ ਆਊਗੀ, ਉਹਦੀ ਕੋਈ ਬਿਰਤੀ ਕੋਈ ਸੁਰਤ ਬਾਹਰ ਨਹੀਂ ਫਿਰ ਜਾਂਦੀ ਇਸੇ ਧੁਨ 'ਚ। ਔਰ ਐਸਾ ਹੈ ਜੋ ਬਾਹਰਲੀ ਕੋਈ ਆਵਾਜ਼ ਹੈ ਸਾਰੀ ਉਹਦੇ ਕੰਨਾਂ 'ਚ ਸਾਰਾ ਸ਼ਬਦ ਹੀ ਸੁਣਦਾ ਔਰ ਉਹ ਫਿਰ ਮਹਿਵ ਹੋ ਜਾਂਦਾ। ਲੇਕਿਨ ਐਸੀ ਸਪਿਰਿਚੁਅਲ ਕਲਾ ਹੈ ਉਹ ਆਪ ਸੁਣਾਵੇਗਾ। ਤੂੰ ਆਪਣੇ ਜ਼ੋਰ ਨਾਲ ਨਹੀਂ ਸੁਣ ਸਕਦਾ। ਤੇਰਾ ਜ਼ੋਰ ਹੈ ਵੀ ਤੂੰ ਆਖੀ ਚੱਲ, ਜੋ ਮਿਹਨਤ ਕਰੀ ਚੱਲ, ਲੇਕਿਨ ਉਹ ਸੁਣਾਵੇਗਾ। ਇਸੇ ਕਰਕੇ ਤੁਕ ਚਾਹੇ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼। ਉਹਨੂੰ ਗੁਰੂ ਗੁਰੂ ਸੁਣਨਾ ਸ਼ੁਰੂ ਹੋਇਆ। ਆਪਣੇ ਆਪਣੇ ਗੁਰੂ ਦਾ ਮੰਤਰ ਜਿਹੜਾ ਜਪਦਾ ਹੈ ਉਹ ਉਹਨੂੰ ਸੁਣਨਾ ਸ਼ੁਰੂ ਹੋ ਜਾਏਗਾ। ਇਸ ਕਰਕੇ ਜਿਹੜਾ ਉਪਦੇਸ਼ ਦਾ ਮਤਲਬ ਹੀ ਉਪਦੇਸੇ ਗੁਰੂ ਹਰ ਹਰ ਜਪ ਜਪ ਹੈ, ਪਿੱਛੇ ਆ ਚੁੱਕਾ ਇਸੇ ਸ਼ਬਦ 'ਚ। ਤੋ ਉਪਦੇਸ਼ ਹੈ ਗੁਰਮੰਤਰ। ਇਸ ਕਰਕੇ ਉਹਨੂੰ ਕੰਨਾਂ 'ਚ ਸਹਿਜੇ ਹੀ ਸੁਣ ਲੱਗ ਪੈਂਦਾ। ਉਹਦੀ ਜਿਹੜੀ ਐਡੀ ਹਾਰਡਰ ਸੀ ਵੀ ਮਨ ਖੜਾ ਨਹੀਂ ਹੁੰਦਾ, ਮੈਨੂੰ ਕੁਛ ਸਵਾਦ ਨਹੀਂ ਆਉਂਦਾ, ਉਹਨੂੰ ਐਸੀ ਅਵਸਥਾ ਪਹਿਲੀ ਆ ਮਿਲਦੀ ਹੈ ਉਹਨੂੰ ਸੁਣਨਾ। ਉਹ ਸੁਣਨ ਦੇ ਨਾਲ ਜਪ ਦੀ ਬਾਣੀ 'ਚ ਲਿਖਿਆ ਤੂੰ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼ 'ਚ ਫਿਰ ਇਹ ਸ਼ਬਦ ਫੈਲ ਜਾਂਦਾ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ, ਇਹ ਸਭ ਹਰ ਹਰ ਨਾਮ ਧਿਆਵੇ ਰਾਮ। ਇਸ ਕਰਕੇ ਐਡੀ ਵੱਡੀ ਇਹ ਕਲਾ ਹੈ, ਇਹ ਅੰਦਰ ਪ੍ਰਾਪਤੀ ਹੋ ਜਾਂਦੀ ਹੈ ਔਰ ਸ਼ਬਦ ਦਾ ਭੋਗ ਪੈਣ ਲੱਗਾ। ਇਸ ਕਰਕੇ ਅਖੀਰਲੀ ਆਹ ਦਸ਼ਾ ਆਈ। ਪਹਿਲਾਂ ਸਵੇਰੇ ਉੱਠਿਆ, ਝੁੱਟ ਲਾਇਆ ਔਰ ਜਦੋਂ ਕਮਾਈ ਜ਼ਿਆਦਾ ਹੋ ਗਈ ਸਾਰੀ ਕਿਲ ਵਿੱਚ ਪਾਪ ਉਤਰੇ, ਉਤਲਾ ਸਾਰਾ ਸ਼ਬਦ ਦੇਖੋ ਇੱਥੇ ਆਣ ਕੇ ਆਇਆ ਵੀ ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵਾ। ਉਹਨੂੰ ਫਿਰ ਜਿਹੜਾ ਜਪਦਾ ਹੈ ਉਹਨੂੰ ਕਹਿੰਦਾ ਮੈਂ ਤੇ ਜਪਦਾ ਨਹੀਂ, ਇਹ ਤਾਂ ਆਪਣਾ ਚਾਰ ਚਫੇਰੇ ਸਾਰਾ ਸ਼ਬਦ ਹੀ ਸ਼ਬਦ ਜਿਹੜਾ ਸ਼ੁਰੂ ਹੋ ਗਿਆ ਹੈ। ਇਸ ਕਰਕੇ ਗੁਰੂ ਉਪਦੇਸ਼ ਸੁਣਾਵਾ। ਇਹੋ ਜਿਹੇ ਗੁਰਸਿੱਖ ਦੀ ਫਿਰ ਨਾਨਕ ਦੇ ਕੱਕੇ ਨੂੰ ਔਂਕੜ ਹੈ। ਨਾਨਕ ਆਪ ਧੂੜ ਮੰਗਦਾ, ਇਹੋ ਜਿਹੇ ਗੁਰਸਿੱਖ ਦੀ ਜਨ ਨਾਨਕ ਧੂੜੇ ਮੰਗੈ ਤਿਸ ਗੁਰਸਿੱਖ ਕੀ। ਔਰ ਫਿਰ ਉਹ ਆਪ ਜਪੇ, ਅਵਰਾ ਨਾਮ ਜਪਾਵਾ। ਪਹਿਲਾਂ ਆਪ ਜਪੇ ਔਰ ਜਪੇ, ਉੱਥੋਂ ਬਾਅਦ ਫਿਰ ਦੂਸਰੇ ਨੂੰ ਵੀ ਐਸ ਮਾਰਗ 'ਤੇ ਪਾਵੈ। ਉਹ ਇਕੱਲਾ ਸਿੱਖ ਨਹੀਂ ਜਪਾ ਸਕਦਾ, 5 ਸਿੱਖ ਹੀ ਜਪਾਉਣਗੇ। ਇਸ ਕਰਕੇ ਬੜੀ ਭਾਰੀ ਡਿਸਿਪਲਿਨ ਹੈ। ਇਹ ਗੁਰੂਡਮ ਖਤਮ ਕੀਤੀ ਹੈ 10ਵੇਂ ਪਾਤਸ਼ਾਹ ਨੇ। ਇਸ ਕਰਕੇ ਉਹ ਜਿਹੜੇ 5 ਸਿੱਖ ਹੈ ਉਹ ਹੀ ਜਪਾਉਂਦੇ ਨੇ। ਇਸ ਕਰਕੇ ਉਹ ਅਵਰਾ ਨਾਮ ਜਪਾਵਾ। ਔਰ ਬਾਕੀ ਜਿਹੜਾ ਆਪ ਗੁਰਸਿੱਖ ਹੈ ਉਹਨੂੰ ਪਹਿਲਾਂ ਮਤਲਬ ਜੇ ਕਿਸੇ ਨੂੰ ਐਸ ਰਾਸਤੇ 'ਤੇ ਪਾਉਣਾ ਚਾਹੇ ਅਤੇ ਉਹਨੂੰ ਇਹੋ ਉਪਦੇਸ਼ ਕਰਨਾ, ਭਾਈ ਤੂੰ ਗੁਰੂ ਵਾਲਾ ਬਣ, 5 ਖੰਡੇ ਵੱਟੀ ਦੀ ਪਹੁਲ ਲੈ
ਔਰ ਉਹ ਗੁਰਮੰਤਰ ਦੇ ਜਾਂਦੇ ਨੇ ਜਦੋਂ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਬੋਲ ਵਾਹਿਗੁਰੂ ਜੀ ਕੀ ਫਤਿਹ। ਉਹ 'ਚ ਵਾਹਿਗੁਰੂ ਗੁਰਮੰਤਰ ਮਿਲ ਸਕਦਾ। ਸਾਰਿਆਂ ਨੂੰ ਪ੍ਰੇਰ ਕੇ ਉਹ ਫਿਰ ਗੁਰਸਿੱਖ ਕਹਿੰਦੇ ਭਾਈ ਗੁਰੂ ਵਾਲੇ ਬਣੋ, ਔਰ ਇਕੱਲਿਆਂ ਨਹੀਂ ਮੰਤਰ ਕੋਈ ਦੇ ਸਕਦਾ। ਇਹ ਦਸਮ ਪਾਤਸ਼ਾਹ ਨਾਲ ਜੋ ਰੀਤ ਤੋਰੀ ਹੈ, ਗੁਰੂ ਡੰਮ ਖਤਮ ਕੀਤੀ ਹੈ, ਇਸ ਕਰਕੇ ਪੰਜਾਂ ਦੇ ਹਵਾਲੇ ਕੀਤਾ ਹੈ। ਉਹ ਉਪਦੇਸ਼ ਦੇ ਸਕਦੇ, ਉਹ ਗੁਰਮੰਤਰ ਸਿਖਾਲ ਸਕਦੇ। ਸਭ ਸਿੱਖਣਾ ਪੈਂਦਾ ਕਿੱਦਾਂ ਜਪਣਾ, ਸਾਸ ਗਿਰਾਸ ਸਾਰਾ ਨਾ। ਉਹ ਫਿਰ ਪੰਜ ਰਲ ਕੇ ਸਾਰੇ ਇਕੱਠੇ ਉਹਨੂੰ ਉਪਦੇਸ਼ ਦੇ ਸਕਦੇ ਔਰ ਗੁਰਮੰਤਰ ਦੇ ਸਕਦੇ, ਔਰ ਫਿਰ ਉਹ ਗੁਰੂ ਵਾਲਾ ਬਣ ਜਾਂਦਾ। ਇਸ ਕਰਕੇ ਅਖੀਰਲੀ ਜੋ ਤੁਕ ਆਈ ਹੈ ਉਹਦੇ 'ਤੇ ਨਾਨਕ ਖੁਦ ਧੂੜ ਮੰਗਦਾ ਇਹੋ ਜਿਹੇ ਗੁਰਸਿੱਖ ਦੀ, ਜੋ ਆਪ ਜਪੇ ਤੇ ਹੋਰਨਾਂ ਨੂੰ ਵੀ ਇਸ ਮਾਰਗ 'ਤੇ ਪਾਵੇ। ਤੁਕਾਂ ਸਿਰਫ ਜਪਾਉਣ 'ਤੇ ਨਹੀਂ ਆਉਂਦੀਆਂ, ਇਹ ਵੀ ਆਉਂਦੀਆਂ ਤੁਕਾਂ ਜੋ ਆਪ ਹਰ ਮਾਰਗ ਚੱਲਦਾ ਹੋਰਨਾਂ ਨੂੰ ਹਰ ਮਾਰਗੇ ਪਾਵੇ। ਇਸ ਕਰਕੇ ਇਹ ਐਸਾ ਹੈ ਵੀ ਜਿਹੜਾ ਐਸਾ ਕਿਸਮ ਦਾ ਕੈਲੰਡਰ ਹੈ ਸਿੱਧਾ ਜਿਹਾ, ਔਰ ਇਸ ਹਿਸਾਬ ਦੇ ਨਾਲ ਗੁਰਸਿੱਖ ਨੂੰ ਇਹ ਸਾਰਾ ਜੋ ਹੈ ਆਪਣੇ ਘਰਾਂ 'ਚ ਛਾਪ ਕੇ ਐਨ ਪ੍ਰਿੰਟ ਕਰਕੇ ਰੱਖਣਾ ਚਾਹੀਦਾ। ਗੁਰੂ ਸਾਹਿਬ ਦੀਆਂ ਬਾਕੀ ਜਿੰਨੀਆਂ ਝੂਠੀਆਂ ਫੋਟੋ ਆ ਲਾਭ ਉਹ ਮਸਨੂਈ ਹੈ, ਬਿਰਤੀ ਖਰਾਬ ਕਰਨਾ। ਘਰ ਦੇ ਵਿੱਚ ਇਹੋ ਜਿਹੀ ਗੁਰਬਾਣੀ ਦੀਆਂ ਤੁਕਾਂ ਲਾਓ। ਆਓ ਅਸੀਂ ਇੱਕ ਵਾਰੀ ਇਹ ਸ਼ਬਦ ਫੇਰ ਪੜ੍ਹੀਏ ਔਰ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਰਿਫਰੈਸ਼ ਕਰ ਲਈਏ ਵੀ ਮੋਟਾ ਇਸ ਸ਼ਬਦ ਦਾ ਕੀ ਮਤਲਬ ਹੈ। ਪੰਨਾ ਹੈ 305 305 ਔਰ ਮਹੱਲੇ ਚੌਥੇ ਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ਬਦ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਆਹਾਏ, ਸੋ ਭਲ ਕੇ ਉਠੇ ਹਰ ਨਾਮ ਤੇ ਆਵੇ। ਤੜਕੇ ਉੱਠਦਾ ਸਾਰੀ ਨਾਮ ਨੂੰ ਜੁਟ ਪਏ, ਮਤਲਬ ਭਾਵੇਂ ਸੁੱਤਾ ਪਿਆ ਕਿਸ ਤਰ੍ਹਾਂ ਜੀਭ ਹਿਲਣੀ ਸ਼ੁਰੂ ਹੋ ਜਾਏ। ਉਦਮ ਕਰੇ ਭਲ ਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰੇ ਨਾਵੇ। ਉਦਮ ਕਿਹੜਾ ਅਸੀਂ ਕਰਨਾ? ਸਗਲ ਉਦਮੇ ਉਦਮ ਭਲਾ, ਹਰ ਕਾ ਨਾਮ ਜਪੋ ਜੀ। ਸਤ ਇਸ਼ਨਾਨ ਕਰਨਾ, ਇਸ਼ਨਾਨ ਦੇ ਨੰਨੇ ਨੂੰ ਔਂਕੜ ਹੈ। ਇਹ ਹੈ ਅੰਦਰਲਾ, ਜਿੱਥੇ ਔਂਕੜ ਆ ਜਾਏ ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ, ਔਰ ਅੰਮ੍ਰਿਤ ਦੇ ਸਰ 'ਚ ਕਰਨਾ ਹੈ ਜੋ ਅੰਦਰ ਖੁੱਲ੍ਹ ਜਾਂਦਾ ਹੈ। ਇਸ ਕਰਕੇ ਜਿਹੜਾ ਇਹ ਇਸ਼ਨਾਨ ਹੈ ਇਹ ਬਹੁਤ ਜ਼ਰੂਰੀ ਚੀਜ਼। ਬਾਬਾ ਨਾਨਕ ਹੀ ਲਿਖਦਾ, ਹਰ ਜਨ ਨਿਰਮਲ ਮਨ ਇਸ਼ਨਾਨੀ, ਮੱਜਨ ਸਤਿਗੁਰ ਪਾਏ ਤਰ ਹੈ। ਇਸ ਕਰਕੇ ਕਿਲਵਿਖ ਜਿਹੜੇ ਪਾਪ ਉਤਰਨੇ ਅਗਲੀ ਤੁਕ ਨਾ ਉਤਰਨੇ ਆ। ਵੀ ਜਿਹੜਾ ਤੈਨੂੰ ਗੁਰਮੰਤਰ ਮਿਲਿਆ ਪੰਜਾਂ ਪਿਆਰਿਆਂ ਕੋਲੋਂ ਵਾਹਿਗੁਰੂ, ਉਹਨੂੰ ਜਪ ਕੇ, ਕਿਉਂਕਿ 2 ਵਾਰੀ ਪਰਮੇਸ਼ਰ ਦਾ ਨਾਮ ਆ ਗਿਆ ਹਰ ਹਰ। ਤੋ ਉਪਦੇਸੇ ਗੁਰੂ ਹਰ ਹਰ ਜਪੈ, ਸਭੇ ਕਿਲਵਿਖ ਪਾਪ ਦੋਖ ਲੈ ਜਾਵੇ। ਨਹਾਉਣਾ ਨਹੀਂ ਉਤਨੇ, ਜਲ ਕੇ ਮਜਨੇ ਜੇਗਾ ਧੋਵੇ, ਨਿਤ ਨਿਤ ਮੈਂਡਕ ਨਹਾਵੇ, ਜੈਸੇ ਮੈਂਡਕ ਤੈਸੇ ਹੋਏ ਨਰ, ਫਿਰ ਜੂਨੀ ਆਵੇ। ਇਸ ਕਰਕੇ ਜਿਹੜਾ ਜਪਣਾ ਇਸੇ ਇਹ ਐਡਾ ਭੁਲੇਖਾ ਹੈ ਜਿਹੜਾ ਬਾਣੀ ਕੱਟਦੀ ਆ ਆਪ ਹੀ ਵੀ ਉਹ ਜਿਹੜਾ ਨਹਾਉਣਾ ਹੈ ਉਹ ਅੰਦਰਲਾ ਨਹਾਉਣਾ ਹੈ। ਅਸੀਂ ਬਾਬਾ ਨਾਨਕ ਆਪ ਹੀ ਕਹਿੰਦਾ, ਬਾਹਰੇ ਨਹਾਵੋ ਕਾਹੀਂ ਜਿਉ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਔਰ ਸਾਧ ਭਲੀਆਂ ਨਹਾਤਿਆਂ। ਇੰਨੇ ਸ਼ਬਦ ਹੈ ਇਹਦੇ 'ਤੇ ਤੋਂ ਮਨਾ ਕਰਦੀ ਇਸ ਤੁਕ ਤੋਂ ਖਬਰਦਾਰ ਰਹਿਣਾ ਵੀ ਅੰਮ੍ਰਿਤਸਰ ਦਾ ਨਹਾਉਣਾ ਨਹੀਂ ਹੈ, ਇਹ ਅੰਦਰਲੇ ਅੰਮ੍ਰਿਤ ਦੇ ਸਰੇ ਨਹਾਵਾ। ਤੇ ਉਪਦੇਸੇ ਗੁਰੂ ਜਪ ਕੇ ਪਾਪ ਲੱਥਣੇ ਆ। ਉਪਦੇਸੇ ਗੁਰੂ ਹਰ ਹਰ ਜਪੈ, ਸਭੇ ਕੇਲਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਕਿੱਡੇ ਹੁਕਮ ਆਉਂਦੇ ਆ ਬਾਣੀ 'ਚ, ਜਾਂ ਬਹਿ ਗੁਰਮੁਖੇ ਹਰ ਨਾਮ ਬੋਲੇ, ਜਾਂ ਖੜੇ ਗੁਰਮੁਖੇ ਹਰ ਹਰ ਕਹਿਆ। ਬਹਿਣਾ ਉੱਠਣਾ ਸਾਰਾ ਨਾਮ ਜਪੀ ਜਾਣੀ, ਜਾਂ ਬਹਿ ਗੁਰਮੁਖੇ ਹਰ ਨਾਮ ਬੋਲੇ, ਜਾਂ ਖੜੇ ਹਰੇ ਹਰ ਕਹਿਆ। ਇਸ ਕਰਕੇ ਇਹ ਜਿਹੜੇ ਹੁਕਮ ਆ, ਔਰ
ਉਹੀ ਹੈ ਵੀ ਅਸੀਂ ਚੜੇ ਦਿਵਸ ਕਾਮ ਕਾਜ ਘਾੜ ਜਪੀਜੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਮਾਰਗੇ ਚਲਤ ਹਰੇ ਹਰ ਗਾਈਏ। ਇੰਨੇ ਹੁਕਮ ਹੈ ਵੀ ਹਰ ਵੇਲੇ ਗੁਰੂ ਮੰਤਰ ਦੀ ਕਮਾਈ ਕਰੀ ਚੱਲੋ ਔਰ ਸਾਸ ਗਿਰਾਸ ਦੇ ਨਾਲ ਜਪੋ। ਜੋ ਸਾਸੇ ਗਿਰਾਸੇ ਤੇ ਆਏ ਮੇਰਾ ਓਏ ਸਾਸ ਗਿਰਾਸ ਨਾ ਤੇ ਆਉਣਾ। और फिर जब तुम दयाल हो गए जो जपदा सुनना शुरू हो जाना और फिर मेरा स्वामी ਜਿਹੜਾ ਗੁਰਸਿੱਖ ਉਹਨੂੰ ਸੁਣਾਏਗਾ ਜਿਹਨੂੰ ਕਿ ਮਿਹਨਤ ਜ਼ਿਆਦਾ ਹੋਵੇ ਔਰ ਉਹਦੀ ਕਿਰਪਾ ਹੋ ਜੇ ਫਿਰ ਇਹ ਸੁਣਨਾ ਸ਼ੁਰੂ ਹੋ ਜਾਂਦਾ। ਔਰ ਹੀਰ ਦੇ ਉੱਤੇ ਆ ਨਾਨਕ ਜਨ ਨਾਨਕ ਧੂੜੇ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਆਵਰੈ ਨਾਮ ਜਪਾਵੈ। ਆ ਜਿਹੜਾ ਸਾਸ ਗਿਰਾਸ ਦਾ ਹੈ ਸਾਰਾ ਇਹਨੂੰ ਅਰਧਾ ਉਰਦੀ ਵੀ ਕਿਹਾ। ਗੁਰ ਸੱਤੇ ਗੁਰ ਕਾ ਜੋ ਸਿੱਖ ਆਖਾਏ ਸੋ ਪਲ ਕੇ ਉਠੇ ਹਰਿ ਨਾਮ ਤੇ ਆਵੇ ਉਦਮ ਕਰੇ ਪਲ ਕੇ ਪ੍ਰਭਾਤੀ ਇਸ਼ਨਾਨ करे अमृत सरे नावे उपदेश गुरु हरे हरे जप जप सब किल विख पाप दोख लह जावे। फिर चढ़े दिवस गुरबाणी गावे बहदिया उठदिया हरे नाम ते आवे। जो सासे गेरा से ते आए मेरा हरे हरे सो गुर सिख गुरु मने पावै। इसनु दयाल होवै मेरा स्वामी तिस गुर सिख गुरु उपदेश सुनावै। जन नानक तूड़े मंगे तिस गुर सिख की जो आपे जपै आवरै नाम जपावै। श्री गुरु साहिब जी के पंज प्यारे साबत सूरते दस तार सारा पीओ पाहुल खंडे तार होए जन्म सोहेला। पूरे गुर की जिस मन बसै तिस साचो परीख्या। आदे सच जुगादे सच है भी सच नानक होसी भी सच। गोरे मंतर शब्द सच दीता राम। गोरे मंतर शब्द सच दीता राम। वाहे गुरु वाहे गुरु वाहे गुरु वाहे
सत्य साचो सारी निवासो आदि पुरख सदा तू ही वाहे गुरु वाहे गुरु वाहे गुरु वाहे जियो सदा तू ही सदा तू ही वाहे गुरु वाहे गुरु वाहिगुरु जी का खालसा वाहिगुरु